ਮੇਰਾ ਦਿਲ ਦਰਦ ਦੇ ਨਾਲ ਫਟਣ ਵਾਲਾ ਸੀ। ਮੈਂ ਹੈਰਾਨੀ ਭਰੀਆਂ ਨਜ਼ਰਾਂ ਦੇ ਨਾਲ ਆਪਣੇ ਪਾਪਾ ਨੂੰ ਦੇਖ ਰਿਹਾ ਸੀ, ਜਿਨ੍ਹਾਂ ਦੇ ਨਾਲ ਇੱਕ ਅਣਜਾਣ ਔਰਤ ਖੜੀ ਸੀ ਅਤੇ ਉਸਦੇ ਪਿੱਛੇ ਲੁਕੀ ਹੋਈ ਉਸ ਦੀ ਬੇਟੀ ਸੀ। ਮੇਰਾ ਬਸ ਨਹੀਂ ਚੱਲ ਰਿਹਾ ਸੀ ਕਿ ਮੈਂ ਕੁਝ ਕਰ ਬੈਠਾ। ਮੈਂ ਦਰਦ ਭਰੇ ਲਹਿਜੇ ਦੇ ਵਿੱਚ ਕਿਹਾ ਕਿ ਤੁਸੀਂ 3 ਮਹੀਨਿਆਂ ਵਿੱਚ ਹੀ ਮੇਰੀ ਮਾਂ ਦੀ ਜਗ੍ਹਾ ਕਿਸੇ ਹੋਰ ਔਰਤ ਨੂੰ ਦੇ ਦਿੱਤੀ। ਮੇਰੀਆਂ ਅੱਖਾਂ ਦੇ ਵਿੱਚ ਦਰਦ ਦੇ ਕਾਰਨ ਹੰਝੂ ਆ ਗਏ ਸਨ। ਮੇਰੇ ਪਾਪਾ ਨੇ ਕਿਹਾ, ਦੇਖੋ, ਵਿਆਹ ਕਰਨਾ ਮੇਰਾ ਅਧਿਕਾਰ ਹੈ। ਤੂੰ ਜਾ, ਫਿਰ ਕੋਈ ਹੋਰ ਮੈਨੂੰ ਰੋਕ ਨਹੀਂ ਸਕਦਾ। ਅਤੇ ਅਰਪਿਤਾ ਇੱਕ ਚੰਗੀ ਔਰਤ ਹੈ। ਮੈਂ ਉਸਦੇ ਨਾਲ ਖੁਸ਼ ਰਹਾਂਗਾ ਅਤੇ ਇਹ ਵੀ ਚੰਗਾ ਹੈ ਕਿ ਤੁਹਾਨੂੰ ਇੱਕ ਮਾਂ ਮਿਲ ਜਾਵੇਗੀ ਅਤੇ ਇੱਕ ਛੋਟੀ ਭੈਣ ਵੀ। ਮੈਂ ਪਿੱਛੇ ਲੁਕੀ ਹੋਈ ਉਸ ਲੜਕੀ ਨੂੰ ਗੁੱਸੇ ਭਰੀਆਂ ਨਜ਼ਰਾਂ ਦੇ ਨਾਲ ਦੇਖਿਆ। ਮੇਰਾ ਬਸ ਨਹੀਂ ਚੱਲ ਰਿਹਾ ਸੀ ਕਿ ਮੈਂ ਉਸ ਲੜਕੀ ਨੂੰ ਖਤਮ ਕਰ ਦਿਆਂ ਜੋ ਮੇਰੇ ਹਿੱਸੇ ਦੇ ਪਿਆਰ ਤੇ ਡਾਕਾ ਮਾਰਨ ਆਈ ਸੀ। ਉਸ ਸਮੇਂ ਮੈਂ ਸਿਰਫ 18 ਸਾਲ ਦਾ ਸੀ। ਨਵੀਂ ਜਵਾਨੀ ਚੜੀ ਸੀ, ਜਜ਼ਬਾਤ ਸਿਖਰ ਤੇ ਸਨ। ਬਿਨਾਂ ਹਾਲਾਤਾਂ ਦੀ ਪਰਵਾਹ ਕੀਤੇ ਉਸ ਤੇ ਝਪਟਿਆ, ਪਰ ਮੇਰੇ ਪਾਪਾ ਸਾਡੇ ਵਿਚਕਾਰ ਆ ਗਏ ਸਨ। ਇਸ ਤੋਂ ਪਹਿਲਾਂ ਕਿ ਮੈਂ ਉਸ ਲੜਕੀ ਦੇ ਵੱਲ ਵੱਧਦਾ, ਮੇਰੇ ਪਾਪਾ ਨੇ ਮੈਨੂੰ ਇੱਕ ਜ਼ੋਰਦਾਰ ਥੱਪੜ ਮਾਰਿਆ ਸੀ ਅਤੇ ਗੁੱਸੇ ਦੇ ਵਿੱਚ ਬੋਲੇ, ਆਕਾਸ਼, ਆਪਣੀ ਹੱਦ ਦੇ ਵਿੱਚ ਰਹੋ। ਉਹ ਤੁਹਾਡੀ ਭੈਣ ਹੈ ਅਤੇ ਉਹ ਵੀ ਬਹੁਤ ਘੱਟ ਉਮਰ ਹੈ। ਮੈਂ ਤੁਹਾਡੇ ਅਤੇ ਉਸਦੇ ਵਿਚਕਾਰ ਮਤਭੇਦ ਬਰਦਾਸ਼ਤ ਨਹੀਂ ਕਰਾਂਗਾ। ਇਹ ਔਰਤ ਹੁਣ ਮੇਰੀ ਪਤਨੀ ਹੈ ਅਤੇ ਤੁਹਾਨੂੰ ਇਸ ਦੀ ਇੱਜ਼ਤ ਕਰਨੀ ਪਵੇਗੀ। ਮੈਂ ਉਹਨਾਂ ਮਾਂ ਬੇਟੀ ਨੂੰ ਗੁੱਸੇ ਭਰੀਆਂ ਨਜ਼ਰਾਂ ਦੇ ਨਾਲ ਘੂਰ ਰਿਹਾ ਸੀ। ਮੇਰਾ ਬੱਸ ਚੱਲਦਾ ਤਾਂ ਇਹਨਾਂ ਦੋਨਾਂ ਨੂੰ ਮੈਂ ਹੱਥ ਫੜ ਕੇ ਘਰ ਤੋਂ ਬਾਹਰ ਕੱਢ ਦਿੰਦਾ। ਇਹ ਘਰ ਮੇਰੀ ਮਾਂ ਨੇ ਆਪਣੇ ਹੱਥਾਂ ਨਾਲ ਬਣਾਇਆ ਸੀ, ਸਜਾਇਆ ਸੀ, ਸਵਾਰਿਆ ਸੀ। ਇਸ ਦੇ ਵਿੱਚੋਂ ਮੈਨੂੰ ਆਪਣੀ ਮਾਂ ਦੀ ਖੁਸ਼ਬੂ ਮਹਿਸੂਸ ਹੁੰਦੀ ਸੀ। ਇਸ ਤਰ੍ਹਾਂ ਲੱਗਦਾ ਕਿ ਕਿਸੇ ਕੋਨੇ ਦੇ ਵਿੱਚੋਂ ਮੇਰੀ ਮਾਂ ਨਿਕਲ ਕੇ ਆਵੇਗੀ, ਮੇਰੇ ਸਿਰ ਦੇ ਵਿੱਚ ਹੱਥ ਫੇਰਦੀ ਹੋਈ ਮੈਨੂੰ ਗੋਦੀ ਦੇ ਵਿੱਚ ਲਟਾਵੇਗੀ ਅਤੇ ਮੈਨੂੰ ਮੇਰੇ ਖਾਣੇ ਦੇ ਬਾਰੇ ਪੁੱਛੇਗੀ। ਮੈਂ ਆਪਣੀ ਮਾਂ ਦੇ ਨਾਲ ਜਿੱਦ ਕਰਦੇ ਹੋਏ ਉਹਨਾਂ ਤੋਂ ਆਪਣੀ ਪਸੰਦ ਦੇ ਖਾਣੇ ਬਣਾਵਾਂਗਾ। ਪਰ ਮੇਰੀ ਮਾਂ ਨੂੰ ਮਰੇ ਹੋਏ 3 ਮਹੀਨੇ ਹੋਏ ਸਨ ਅਤੇ ਮੇਰਾ ਪਿਓ ਦੂਜਾ ਵਿਆਹ ਕਰਕੇ ਇਸ ਅਣਜਾਣ ਔਰਤ ਨੂੰ ਘਰ ਦੇ ਵਿੱਚ ਲੈ ਆਇਆ ਸੀ। ਮੇਰੇ ਪਾਪਾ ਨੇ ਮੈਨੂੰ ਧਮਕੀ ਦਿੱਤੀ ਸੀ ਕਿ ਮੈਂ ਉਸ ਔਰਤ ਦੀ ਇੱਜ਼ਤ ਕਰਾਂ। ਹਾਲਾਂਕਿ ਮੇਰਾ ਇਸ ਤਰ੍ਹਾਂ ਦਾ ਕੋਈ ਇਰਾਦਾ ਨਹੀਂ ਸੀ। ਮੇਰੇ ਪਾਪਾ ਮੇਰੇ ਵੱਲ ਹੀ ਦੇਖ ਰਹੇ ਸਨ ਜਦੋਂ ਕਿ ਮੈਂ ਗੁੱਸੇ ਦੇ ਨਾਲ ਆਪਣੇ ਕਮਰੇ ਦੇ ਵਿੱਚ ਚਲਾ ਗਿਆ ਸੀ। ਹਾਂ, ਮੇਰੀ ਉਮਰ 18 ਸਾਲ ਸੀ। ਅਜੇ ਥੋੜੀ ਬਹੁਤ ਹੀ ਮੈਨੂੰ ਸਮਝ ਸੀ, ਪਰ ਇਹ ਮੈਂ ਬਿਲਕੁਲ ਵੀ ਬਰਦਾਸ਼ਤ ਨਹੀਂ ਕਰ ਸਕਦਾ ਸੀ ਕਿ 3 ਮਹੀਨਿਆਂ ਬਾਅਦ ਹੀ ਮੇਰੀ ਮਾਂ ਦੀ ਥਾਂ ਤੇ ਕੋਈ ਹੋਰ ਆ ਜਾਵੇ। ਮੈਂ ਅੱਜ ਤੱਕ ਆਪਣੇ ਪਾਪਾ ਨੂੰ ਆਪਣੇ ਵੱਲੋਂ ਇੰਨਾ ਗੈਰ ਜ਼ਿੰਮੇਦਾਰ ਨਹੀਂ ਦੇਖਿਆ ਸੀ। ਉਹ ਮੈਨੂੰ ਬਹੁਤ ਪਿਆਰ ਕਰਦੇ ਸਨ ਅਤੇ ਹੁਣ ਇਸ ਛੋਟੀ ਲੜਕੀ ਨੂੰ ਦੇਖ ਕੇ ਮੈਨੂੰ ਇਹ ਅਹਿਸਾਸ ਹੋਣ ਲੱਗਿਆ ਸੀ ਕਿ ਮੇਰਾ ਪਿਓ ਹੁਣ ਵੰਡਿਆ ਗਿਆ ਹੈ। ਮੈਂ ਹੰਝੂ ਭਰੀਆਂ ਅੱਖਾਂ ਦੇ ਨਾਲ ਆਪਣੀ ਮਾਂ ਦੀ ਤਸਵੀਰ ਦੇ ਵੱਲ ਦੇਖਿਆ ਅਤੇ ਫਿਰ ਮੈਂ ਰੋ ਪਿਆ। ਬੇਸ਼ੱਕ ਇੱਕ ਔਲਾਦ ਦੇ ਲਈ ਇਹ ਪਲ ਬਹੁਤ ਹੀ ਦੁਖਦਾਈ ਹੁੰਦੇ ਹਨ ਜਦੋਂ ਇੱਕ ਬੱਚੇ ਦੀ ਮਾਂ ਦੀ ਜਗ੍ਹਾ ਕਿਸੇ ਹੋਰ ਔਰਤ ਨੂੰ ਦੇ ਦਿੱਤੀ ਜਾਵੇ। ਰੋਂਦੇ ਰੋਂਦੇ ਮੈਂ ਆਪਣਾ ਸਿਰ ਆਪਣੇ ਗੋਡਿਆਂ ਦੇ ਵਿੱਚ ਲੁਕੋ ਲਿਆ ਸੀ। ਮੈਂ ਇਸ ਸਮੇਂ ਇੱਕ ਛੋਟਾ ਮਾਸੂਮ ਬੱਚਾ ਲੱਗ ਰਿਹਾ ਸੀ ਜੋ ਆਪਣੀ ਮਾਂ ਨੂੰ ਗਵਾ ਚੁੱਕਿਆ ਸੀ, ਪਰ ਆਪਣੇ ਪਿਓ ਨੂੰ ਗਵਾਉਣ ਦੇ ਡਰ ਤੋਂ ਰੋ ਰਿਹਾ ਸੀ। ਸਮੇਂ ਦਾ ਪਹੀਆ ਘੁੰਮ ਰਿਹਾ ਸੀ ਅਤੇ ਮੈਂ ਦਿਲ ਹੀ ਦਿਲ ਇਰਾਦਾ ਕਰ ਲਿਆ ਸੀ ਕਿ ਮੈਂ ਮਰ ਜਾਵਾਂਗਾ, ਪਰ ਇਸ ਔਰਤ ਨੂੰ ਮਾਂ ਦਾ ਦਰਜਾ ਨਹੀਂ ਦਿਆਂਗਾ ਅਤੇ ਇਸ ਲੜਕੀ ਨੂੰ ਤਾਂ ਮੈਂ ਕੋਈ ਅਹਿਮੀਅਤ ਨਹੀਂ ਦੇਵਾਂਗਾ। ਭੈਣ ਸਵੀਕਾਰ ਕਰਨਾ ਤਾਂ ਬਹੁਤ ਵੱਡੀ ਗੱਲ ਸੀ, ਪਰ ਮੈਂ ਨਹੀਂ ਜਾਣਦਾ ਸੀ ਕਿ ਕੁਦਰਤ ਕੀ ਫੈਸਲਾ ਕਰਨ ਵਾਲੀ ਸੀ। ਅਗਲੀ ਸਵੇਰ ਜਦੋਂ ਮੈਂ ਕਮਰੇ ਤੋਂ ਬਾਹਰ ਆਇਆ ਤਾਂ ਉਹ ਔਰਤ ਮੇਰੇ ਪਾਪਾ ਨੂੰ ਹੱਸ-ਹੱਸ ਕੇ ਖਾਣਾ ਖਵਾ ਰਹੀ ਸੀ। ਜੇਕਰ ਮੇਰਾ ਬੱਸ ਚੱਲਦਾ ਤਾਂ ਮੈਂ ਉਸੇ ਸਮੇਂ ਹੀ ਟੇਬਲ ਉਲਟਾ ਦਿੰਦਾ, ਪਰ ਮੈਨੂੰ ਪਤਾ ਸੀ ਕਿ ਮੇਰਾ ਪਿਓ ਬਹੁਤ ਹੀ ਗੁੱਸੇ ਵਾਲਾ ਇਨਸਾਨ ਹੈ। ਜੇਕਰ ਮੈਂ ਥੋੜੀ ਜਿਹੀ ਬਦਤਮੀਜ਼ੀ ਕਰਦਾ ਤਾਂ ਉਹ ਬਿਨਾਂ ਸੋਚੇ ਸਮਝੇ ਮੇਰੇ ਤੇ ਹੱਥ ਚੱਕ ਦਿੰਦੇ। ਮੈਂ ਚੁੱਪਚਾਪ ਟੇਬਲ ਤੇ ਬੈਠ ਗਿਆ ਸੀ। ਮੇਰੇ ਪਾਪਾ ਨੇ ਮੈਨੂੰ ਗੁੱਸੇ ਦੇ ਨਾਲ ਦੇਖਦੇ ਹੋਏ ਕਿਹਾ, ਨਾ ਗੁੱਡ ਮਾਰਨਿੰਗ, ਨਾ ਵੱਡਿਆਂ ਦਾ ਆਸ਼ੀਰਵਾਦ। ਕੀ ਮੈਂ ਤੁਹਾਨੂੰ ਇਹੀ ਸਿਖਾਇਆ ਹੈ? ਘੱਟੋ ਘੱਟ ਸਵੇਰੇ ਸਵੇਰੇ ਵੱਡਿਆਂ ਦਾ ਆਸ਼ੀਰਵਾਦ ਤਾਂ ਲੈ ਲਓ। ਜਦੋਂ ਕਿ ਮੈਂ ਚੁੱਪਚਾਪ ਪੱਥਰ ਦੀ ਤਰ੍ਹਾਂ ਬੈਠਾ ਹੋਇਆ ਸੀ। ਮੈਂ ਅੱਜ ਇੱਕ ਬਹੁਤ ਹੀ ਮਹੱਤਵਪੂਰਨ ਫੈਸਲਾ ਲਿਆ ਸੀ। ਇਸ ਘਰ ਦੇ ਵਿੱਚ ਜਾਂ ਤਾਂ ਮੈਂ ਰਹਿੰਦਾ ਜਾਂ ਫਿਰ ਇਹ ਔਰਤ ਰਹਿੰਦੀ। ਮੈਂ ਪਾਪਾ ਦੇ ਵੱਲ ਦੇਖਿਆ ਅਤੇ ਸਾਫ਼ ਸ਼ਬਦਾਂ ਦੇ ਵਿੱਚ ਕਿਹਾ, ਮੈਨੂੰ ਨਹੀਂ ਪਤਾ ਤੁਹਾਡੀ ਜ਼ਿੰਦਗੀ ਦੇ ਵਿੱਚ ਮੇਰੀ ਕੀ ਹੈਸੀਅਤ ਹੈ, ਪਰ ਜੋ ਤੁਸੀਂ ਮੇਰੇ ਨਾਲ ਕੀਤਾ ਹੈ ਮੈਂ ਉਹ ਜ਼ਿੰਦਗੀ ਭਰ ਨਹੀਂ ਭੁੱਲਾਂਗਾ। ਤੁਸੀਂ ਮੇਰੇ ਬਾਰੇ ਨਹੀਂ ਸੋਚਿਆ, ਬਸ ਆਪਣੀ ਜ਼ਿੰਦਗੀ ਨੂੰ ਸਵਾਰਨਾ ਚਾਹਿਆ। ਹੁਣ ਮੈਂ ਵੀ ਫੈਸਲਾ ਲਿਆ ਹੈ ਕਿ ਇਸ ਘਰ ਦੇ ਵਿੱਚ ਜਾਂ ਤਾਂ ਮੈਂ ਰਹਾਂਗਾ ਜਾਂ ਫਿਰ ਇਹ ਔਰਤ। ਮੇਰੇ ਪਾਪਾ ਮੈਨੂੰ ਹੈਰਾਨੀ ਦੇ ਨਾਲ ਦੇਖ ਰਹੇ ਸਨ। ਉਹਨਾਂ ਨੂੰ ਉਮੀਦ ਨਹੀਂ ਸੀ ਕਿ ਮੈਂ ਇੰਨੀ ਛੋਟੀ ਉਮਰ ਦੇ ਵਿੱਚ ਇੰਨਾ ਵੱਡਾ ਫੈਸਲਾ ਲਵਾਂਗਾ। ਮੇਰੇ ਇਸ ਫੈਸਲੇ ਤੇ ਪਾਪਾ ਦਾ ਗੁੱਸਾ 7ਵੇਂ ਸਮਾਨ ਤੇ ਪਹੁੰਚ ਗਿਆ ਸੀ। ਪਾਪਾ ਦਾ ਬਸ ਨਹੀਂ ਚੱਲ ਰਿਹਾ ਸੀ ਕਿ ਹੁਣੇ ਦੀ ਹੁਣੇ ਮੈਨੂੰ ਉਹ ਕੁੱਟ ਕੇ ਸੁੱਟ ਦੇਣ। ਇਹ ਗੱਲ ਸੁਣ ਕੇ ਗੁੱਸੇ ਦੇ ਨਾਲ ਉਹਨਾਂ ਦਾ ਚਿਹਰਾ ਲਾਲ ਹੋ ਗਿਆ ਸੀ। ਉਹਨਾਂ ਨੇ ਗੁੱਸੇ ਦੇ ਵਿੱਚ ਟੇਬਲ ਤੇ ਹੱਥ ਮਾਰਿਆ
ਕਹਿਣ ਲੱਗੇ, ਕਿਉਂ ਇੰਨੀ ਬਦਤਮੀਜ਼ੀ ਕਰ ਰਹੇ ਹੋ ਆਕਾਸ਼? ਜਦੋਂ ਤੁਹਾਡਾ ਵਿਆਹ ਹੋਵੇਗਾ ਤਾਂ ਤੁਹਾਨੂੰ ਇਹ ਸਾਰੀਆਂ ਗੱਲਾਂ ਸਮਝ ਆਉਣਗੀਆਂ ਕਿ ਇੱਕ ਮਰਦ ਦੇ ਲਈ ਇੱਕ ਔਰਤ ਕਿੰਨੀ ਜ਼ਰੂਰੀ ਹੁੰਦੀ ਹੈ। ਜੇਕਰ ਮੇਰੀ ਜ਼ਿੰਦਗੀ ਦੇ ਵਿੱਚ ਕੋਈ ਔਰਤ ਨਹੀਂ ਹੋਵੇਗੀ ਤਾਂ ਮੇਰਾ ਖਿਆਲ ਕੌਣ ਰੱਖੇਗਾ? ਜਦੋਂ ਤੁਹਾਡਾ ਵਿਆਹ ਹੋ ਜਾਵੇਗਾ, ਤੁਹਾਡੇ ਵੀ ਬੱਚੇ ਹੋਣਗੇ, ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਬਿਜੀ ਹੋ ਜਾਓਗੇ ਤਾਂ ਮੇਰਾ ਕੀ ਹੋਵੇਗਾ? ਜਦੋਂ ਕਿ ਮੈਂ ਆਪਣੇ ਪਾਪਾ ਨੂੰ ਦੇਖ ਰਿਹਾ ਸੀ, ਜਿਨ੍ਹਾਂ ਨੂੰ ਸਿਰਫ ਤੇ ਸਿਰਫ ਆਪਣੀ ਚਿੰਤਾ ਸੀ। ਉਹਨਾਂ ਨੇ ਮੇਰੀ ਮਾਂ ਦਾ ਦੁੱਖ ਵੀ ਨਹੀਂ ਵੰਡਾਇਆ ਸੀ। ਸਿਰਫ 3 ਮਹੀਨੇ ਹੋਏ ਸਨ ਅਤੇ ਆਪਣੀ ਨਵੀਂ ਜ਼ਿੰਦਗੀ ਵਸਾ ਲਈ ਸੀ। ਮੈਂ ਆਪਣੀ ਥਾਂ ਤੇ ਖੜਾ ਹੋਇਆ ਅਤੇ ਉਹਨਾਂ ਦੇ ਵੱਲ ਦੇਖਦਾ ਹੋਇਆ ਬੋਲਿਆ, ਬਸ ਬਹੁਤ ਹੋ ਗਿਆ ਹੈ। ਮੈਂ ਹੁਣ ਇਸ ਤਕਲੀਫ ਨੂੰ ਹੋਰ ਨਹੀਂ ਸਹਿ ਸਕਦਾ। ਮੈਂ ਆਪਣੀ ਮਾਂ ਨੂੰ ਖੋ ਚੁੱਕਿਆ ਹਾਂ, ਪਰ ਹੁਣ ਮੈਂ ਤੁਹਾਨੂੰ ਵੰਡ ਨਹੀਂ ਸਕਦਾ। ਮੈਂ ਬਚਪਨ ਤੋਂ ਲੈ ਕੇ ਹੁਣ ਤੱਕ ਸਿਰਫ ਆਪਣੇ ਲਈ ਪਿਆਰ ਦੇਖਿਆ। ਆਪਣੀ ਅੱਖਾਂ ਦੇ ਸਾਹਮਣੇ ਤੁਹਾਨੂੰ ਕਿਸੇ ਹੋਰ ਦਾ ਹੁੰਦਾ ਨਹੀਂ ਦੇਖ ਸਕਦਾ। ਇਸ ਕਰਕੇ ਮੈਂ ਤੁਹਾਡੇ ਤੋਂ ਮਾਫੀ ਮੰਗਦਾ ਹਾਂ ਕਿ ਮੈਂ ਇੱਥੋਂ ਜਾ ਰਿਹਾ ਹਾਂ। ਮੈਂ ਹੋਟਲ ਦੇ ਵਿੱਚ ਰਹਿ ਲਵਾਂਗਾ, ਸੜਕ ਤੇ ਰਹਿ ਲਵਾਂਗਾ, ਪਰ ਤੁਹਾਡੇ ਨਾਲ ਨਹੀਂ ਰਹਾਂਗਾ। ਇਹ ਬੋਲ ਕੇ ਮੈਂ ਬਿਨਾਂ ਹਾਲਾਤਾਂ ਦੀ ਪਰਵਾਹ ਕੀਤੇ ਹੋਏ ਘਰ ਤੋਂ ਬਾਹਰ ਆ ਗਿਆ ਸੀ। ਜਦੋਂ ਮੈਂ ਘਰ ਤੋਂ ਬਾਹਰ ਨਿਕਲ ਰਿਹਾ ਸੀ ਤਾਂ ਮੈਨੂੰ ਇੱਕ ਉਮੀਦ ਸੀ ਕਿ ਮੇਰੇ ਪਾਪਾ ਮੈਨੂੰ ਰੋਕਣਗੇ, ਮੈਨੂੰ ਕਹਿਣਗੇ ਕਿ ਮੈਂ ਉਸ ਔਰਤ ਨੂੰ ਘਰ ਦੇ ਵਿੱਚੋਂ ਕੱਢ ਰਿਹਾ ਹਾਂ। ਤੁਸੀਂ ਘਰ ਦੇ ਵਿੱਚ ਰਹੋ, ਤੁਸੀਂ ਮੇਰਾ ਖੂਨ ਹੋ। ਪਰ ਅਜਿਹਾ ਕੁਝ ਨਹੀਂ ਹੋਇਆ। ਖੈਰ, ਮੈਂ ਘਰ ਤੋਂ ਬਾਹਰ ਆ ਗਿਆ ਅਤੇ ਇਕੱਲਾ ਹੀ ਸੜਕਾਂ ਤੇ ਘੁੰਮਦਾ ਰਿਹਾ। ਮੇਰੀ ਜੇਬ ਦੇ ਵਿੱਚ ਸਿਰਫ ਪਾਕਟ ਮਨੀ ਸੀ ਜੋ ਮੇਰੇ ਪਾਪਾ ਹਰ ਮਹੀਨੇ ਮੈਨੂੰ ਦਿੰਦੇ ਸਨ। ਅੱਧੀ ਤਾਂ ਮੈਂ ਖਰਚ ਕਰ ਦਿੱਤੀ ਸੀ ਤੇ ਅੱਧੀ ਮੇਰੇ ਕੋਲ ਬਾਕੀ ਸੀ। ਮੈਨੂੰ ਪੈਸਿਆਂ ਦੀ ਸਖਤ ਜ਼ਰੂਰਤ ਸੀ, ਪਰ ਪੈਸੇ ਨਹੀਂ ਸਨ। ਇਹੀ ਸੋਚਦੇ ਸੋਚਦੇ ਮੈਂ ਆਪਣੇ ਘਰ ਤੋਂ ਕਾਫੀ ਦੂਰ ਨਿਕਲ ਆਇਆ ਸੀ। ਮੈਂ ਸੜਕ ਦੇ ਇੱਕ ਸਾਈਡ ਤੇ ਬੈਠ ਗਿਆ ਅਤੇ ਆਉਂਦੀਆਂ ਜਾਂਦੀਆਂ ਗੱਡੀਆਂ ਨੂੰ ਦੇਖਣ ਲੱਗਿਆ। ਅੱਜ ਵੀ ਮੈਨੂੰ ਉਹ ਪਲ ਯਾਦ ਹਨ ਜਦੋਂ ਮੈਂ ਆਪਣੀ ਮੰਮੀ ਦੇ ਨਾਲ ਨਾਰਾਜ਼ ਹੋ ਕੇ ਇੱਕ ਵਾਰ ਆਪਣੀ ਮਾਸੀ ਦੇ ਘਰ ਚਲਾ ਗਿਆ ਸੀ ਅਤੇ ਉਹ ਰੋਂਦੀ ਹੋਈ ਉੱਥੇ ਹੀ ਆ ਗਈ ਸੀ। ਉਹਨਾਂ ਦਾ ਬਸ ਨਹੀਂ ਚੱਲ ਰਿਹਾ ਸੀ ਕਿ ਉਸ ਸਮੇਂ ਉਹ ਕੀ ਕਰ ਜਾਂਦੀ। ਉਸ ਸਮੇਂ ਉਹਨਾਂ ਨੇ ਪਾਪਾ ਨੂੰ ਵੀ ਬੁਲਾ ਲਿਆ ਸੀ ਅਤੇ ਦੋਨਾਂ ਨੇ ਮੈਨੂੰ ਸੌਰੀ ਕਿਹਾ ਸੀ। ਉਹਨਾਂ ਨੇ ਮੈਨੂੰ ਬਹੁਤ ਸਾਰੇ ਗਿਫਟ ਵੀ ਦਿੱਤੇ ਸਨ ਅਤੇ ਮੈਨੂੰ ਬਹੁਤ ਪਿਆਰ ਕੀਤਾ ਸੀ। ਮੰਮੀ ਨੂੰ ਯਾਦ ਕਰਕੇ ਮੇਰੀਆਂ ਅੱਖਾਂ ਇੱਕ ਵਾਰ ਫਿਰ ਨਮ ਹੋ ਗਈਆਂ। ਸੱਚਮੁੱਚ ਮਾਂ ਦਾ ਇਸ ਦੁਨੀਆ ਤੋਂ ਚਲੇ ਜਾਣਾ ਔਲਾਦ ਨੂੰ ਖਤਮ ਕਰ ਦਿੰਦਾ ਹੈ। ਉਹੀ ਹਾਲ ਮੇਰਾ ਵੀ ਸੀ। ਮੈਨੂੰ ਸੜਕ ਤੇ ਬੈਠੇ ਕੁਝ ਹੀ ਸਮਾਂ ਹੋਇਆ ਸੀ ਕਿ ਉਸ ਸਮੇਂ ਹੀ ਅਚਾਨਕ ਮੇਰਾ ਇੱਕ ਦੋਸਤ ਰੋਹਿਤ ਮੇਰੇ ਕੋਲ ਆ ਕੇ ਬੈਠ ਗਿਆ। ਮੈਂ ਉਸ ਨੂੰ ਹੈਰਾਨ ਹੋ ਕੇ ਦੇਖ ਰਿਹਾ ਸੀ। ਉਸਨੇ ਮੇਰੇ ਮੋਢੇ ਤੇ ਹੱਥ ਰੱਖਦੇ ਹੋਏ ਕਿਹਾ, ਜੋ ਤੁਸੀਂ ਕੀਤਾ ਹੈ ਇਹ ਤੁਹਾਡੀ ਸਭ ਤੋਂ ਵੱਡੀ ਬੇਵਕੂਫੀ ਹੈ। ਤੁਹਾਨੂੰ ਘਰ ਵਾਪਸ ਜਾਣਾ ਚਾਹੀਦਾ ਹੈ ਤੇ ਉਹਨਾਂ ਮਾਂ ਬੇਟੀ ਨੂੰ ਘਰ ਦੇ ਵਿੱਚੋਂ ਕੱਢਣ ਦੀ ਤਿਆਰੀ ਕਰਨੀ ਚਾਹੀਦੀ ਹੈ। ਤੁਸੀਂ ਆਪਣਾ ਹੀ ਘਰ ਛੱਡ ਕੇ ਇੱਥੇ ਆ ਕੇ ਬੈਠ ਗਏ ਹੋ। ਜਦੋਂ ਕਿ ਮੈਂ ਇਹ ਵਿਸ਼ਵਾਸ ਦੇ ਨਾਲ ਬੋਲਿਆ ਕਿ ਤੁਹਾਨੂੰ ਕਿਸ ਨੇ ਦੱਸਿਆ ਕਿ ਮੈਂ ਘਰ ਛੱਡ ਦਿੱਤਾ ਹੈ ਅਤੇ ਮੈਂ ਇੱਥੇ ਹਾਂ। ਕਹਿਣ ਲੱਗਿਆ, ਤੁਹਾਡੇ ਪਾਪਾ ਦਾ ਫੋਨ ਆਇਆ ਸੀ, ਦੱਸ ਰਹੇ ਸਨ ਕਿ ਤੁਸੀਂ ਗੁੱਸੇ ਦੇ ਵਿੱਚ ਘਰ ਛੱਡ ਕੇ ਚਲੇ ਗਏ ਹੋ। ਯਾਰ, ਕਿਉਂ ਬੱਚਿਆਂ ਦੀ ਤਰ੍ਹਾਂ ਹਰਕਤਾਂ ਕਰ ਰਿਹਾ ਹੈ? ਹਾਂ, ਮੈਂ ਮੰਨਦਾ ਹਾਂ ਤੁਹਾਡੇ ਪਾਪਾ ਨੇ ਗਲਤ ਕੀਤਾ, ਪਰ ਇਹੀ ਤਾਂ ਸਮਾਂ ਹੈ ਆਪਣੇ ਪਾਪਾ ਦੀਆਂ ਨਜ਼ਰਾਂ ਦੇ ਵਿੱਚ ਚੰਗਾ ਬਣਨ ਦਾ। ਮੈਂ ਰੋਹਿਤ ਨੂੰ ਹੈਰਾਨ ਨਜ਼ਰਾਂ ਦੇ ਨਾਲ ਦੇਖ ਰਿਹਾ ਸੀ। ਉਸ ਦੀਆਂ ਗੱਲਾਂ ਮੇਰੇ ਬਿਲਕੁਲ ਵੀ ਪੱਲੇ ਨਹੀਂ ਪੈ ਰਹੀਆਂ ਸਨ। ਉਹ ਅੱਗੇ ਬੋਲਿਆ, ਬੇਵਕੂਫ ਇਨਸਾਨ, ਮੇਰੇ ਕਹਿਣ ਦਾ ਮਤਲਬ ਹੈ ਕਿ ਜੇਕਰ ਤੂੰ ਨਹੀਂ ਚਾਹੁੰਦਾ ਕਿ ਉਹ ਔਰਤ ਘਰ ਦੇ ਵਿੱਚ ਰਹੇ ਤਾਂ ਤੁਸੀਂ ਆਪਣੇ ਪਾਪਾ ਨੂੰ ਭੜਕਾਓ, ਉਸ ਦੇ ਖਿਲਾਫ ਕਰੋ, ਉਹਨਾਂ ਦੇ ਸਾਹਮਣੇ ਚੰਗੇ ਬਣਨ ਦਾ ਨਾਟਕ ਕਰਕੇ ਉਸ ਔਰਤ ਦੀਆਂ ਜੜ੍ਹਾਂ ਵੱਢਦੇ ਰਹੋ। ਮੈਂ ਬਿਨਾਂ ਵਜ੍ਹਾ ਬੋਲਿਆ ਕਿ ਉਸ ਲੜਕੀ ਦਾ ਕੀ ਹੋਵੇਗਾ? ਉਹ ਵੀ ਤਾਂ ਆਪਣੀ ਮਾਂ ਦੀ ਤਰ੍ਹਾਂ ਮੇਰੇ ਸਿਰ ਤੇ ਆ ਕੇ ਬੈਠ ਗਈ ਹੈ। ਮੈਂ ਕੀ ਕਰਾਂ? ਮੇਰਾ ਬਸ ਨਹੀਂ ਚੱਲ ਰਿਹਾ। ਮੈਂ ਹਮੇਸ਼ਾ ਤੋਂ ਹੀ ਅਜਿਹਾ ਸੀ। ਜੋ ਮੈਨੂੰ ਚਾਹੀਦਾ ਹੁੰਦਾ ਸੀ ਮੈਂ ਉਹ ਕਰਕੇ ਹੀ ਦਮ ਲੈਂਦਾ ਸੀ। ਮੇਰਾ ਦੋਸਤ ਮੇਰੇ ਵੱਲ ਦੇਖਦੇ ਹੋਏ ਬੋਲਿਆ, ਇਸ ਲੜਕੀ ਦਾ ਵੀ ਕੋਈ ਨਾ ਕੋਈ ਬੰਦੋਬਸਤ ਹੋ ਜਾਵੇਗਾ। ਫਿਲਹਾਲ ਤੁਸੀਂ ਘਰ ਜਾਓ, ਆਪਣੇ ਪਾਪਾ ਦੀਆਂ ਨਜ਼ਰਾਂ ਦੇ ਵਿੱਚ ਚੰਗਾ ਬਣੋ, ਉਹਨਾਂ ਨੂੰ ਦਿਖਾਓ ਕਿ ਤੁਹਾਨੂੰ ਕੋਈ ਫਰਕ ਨਹੀਂ ਪੈਂਦਾ ਕਿ ਤੁਸੀਂ ਵਿਆਹ ਕਰ ਲਿਆ ਹੈ। ਗੁੱਸੇ ਦੇ ਵਿੱਚ ਮੈਂ ਘਰ ਛੱਡ ਕੇ ਚਲਾ ਗਿਆ ਸੀ, ਪਰ ਹੁਣ ਮੈਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਹੈ। ਰੋਹਿਤ ਨੇ ਮੈਨੂੰ ਸਮਝਾਇਆ, ਜਾਓ, ਜਾ ਕੇ ਇਹੀ ਸਾਰੀਆਂ ਗੱਲਾਂ ਆਪਣੇ ਪਿਓ ਨੂੰ ਕਹੋ, ਬਲਕਿ ਹੋਰ ਵੀ ਮੱਖਣ ਲਗਾਓ ਕਿ ਜ਼ਿੰਦਗੀ ਦੇ ਵਿੱਚ ਮਾਂ ਤਾਂ ਹੋਣੀ ਹੀ ਚਾਹੀਦੀ ਹੈ। ਜਦੋਂ ਕਿ ਮੈਂ ਚੁੱਪ ਸੀ, ਉਸ ਦੀਆਂ ਗੱਲਾਂ ਕੁਝ ਹੱਦ ਤੱਕ ਸਹੀ ਸਨ। ਉਸ ਨੇ ਕਿਹਾ ਕਿ ਤੁਹਾਡੇ ਪਾਪਾ ਮਰਦੇ ਮਰ ਜਾਣਗੇ ਪਰ ਉਸ ਔਰਤ ਨੂੰ ਨਹੀਂ ਛੱਡਣਗੇ। ਯਾਰ, ਤੂੰ ਬੁਰਾ ਨਾ ਮੰਨੀ, ਪਰ ਆਂਟੀ ਤੇਰੀ ਮਾਂ ਤੋਂ ਬਹੁਤ ਜ਼ਿਆਦਾ ਖੂਬਸੂਰਤ ਹੈ ਤੇ ਤੇਰੇ ਪਾਪਾ ਉਸ ਦੇ ਲਈ ਪਾਗਲ ਹਨ। ਉਹਨਾਂ ਨੇ ਕਿਹਾ ਹੈ ਕਿ ਮੈਂ ਆਪਣੀ ਪਤਨੀ ਨੂੰ ਨਹੀਂ ਛੱਡਾਂਗਾ, ਮੈਂ ਉਸਦੇ ਸਾਰੇ ਸ਼ੌਂਕ ਪੂਰੇ ਕਰਾਂਗਾ। ਇਹ ਸੁਣ ਕੇ ਮੈਂ ਰੋਹਿਤ ਦੇ ਗਲ ਲੱਗ ਕੇ ਜ਼ੋਰ ਦੀ ਰੋਇਆ ਸੀ। ਉਹ ਮੈਨੂੰ ਹੌਸਲਾ ਦਿੰਦੇ ਹੋਏ ਕਹਿਣ ਲੱਗਿਆ, ਬਸ ਕਰ, ਹੁਣ ਰੋ ਨਾ। ਹੁਣ ਰੋਣ ਦਾ ਨਹੀਂ ਬਲਕਿ ਰਵਾਉਣ ਦਾ ਸਮਾਂ ਹੈ। ਤੈਨੂੰ ਆਪਣੀ ਸਮਝਦਾਰੀ ਦਿਖਾਉਣੀ ਪਵੇਗੀ, ਨਹੀਂ ਤਾਂ ਬੇਮੌਤ ਮਾਰਿਆ ਜਾਏਗਾ। ਉਹ ਮੈਨੂੰ ਹੌਸਲਾ ਦੇ ਰਿਹਾ ਸੀ ਜਦੋਂ ਕਿ ਮੇਰੀਆਂ ਅੱਖਾਂ ਦੇ ਵਿੱਚ
ਵਿੱਚੋਂ ਹੰਝੂ ਰੁਕਣ ਦਾ ਨਾਮ ਨਹੀਂ ਲੈ ਰਹੇ ਸਨ। ਥੋੜੇ ਸਮੇਂ ਬਾਅਦ ਜਦੋਂ ਮੈਂ ਉਸ ਤੋਂ ਅਲੱਗ ਹੋਇਆ ਤਾਂ ਉਹ ਮੇਰੇ ਵੱਲ ਦੇਖਦੇ ਹੋਏ ਬੋਲਿਆ, ਇਸ ਤਰ੍ਹਾਂ ਰੋਣ ਦਾ ਕੋਈ ਫਾਇਦਾ ਨਹੀਂ ਹੈ। ਇਹ ਦੁਨੀਆ ਰੋਣ ਵਾਲਿਆਂ ਨੂੰ ਤੋੜ ਕੇ ਰੱਖ ਦਿੰਦੀ ਹੈ। ਤੈਨੂੰ ਹਿੰਮਤ ਕਰਨੀ ਪਵੇਗੀ। ਜਦੋਂ ਕਿ ਮੈਂ ਗੱਲ ਦੇ ਵਿੱਚ ਰੁੱਖਾਪਣ ਲੈ ਕੇ ਆਉਂਦੇ ਹੋਏ ਕਿਹਾ, ਮੈਨੂੰ ਵਿਸ਼ਵਾਸ ਨਹੀਂ ਹੋ ਰਿਹਾ ਰੋਹਿਤ, ਮੇਰੇ ਪਾਪਾ ਮੇਰੇ ਨਾਲ ਇਸ ਤਰ੍ਹਾਂ ਕਰ ਸਕਦੇ ਹਨ। ਉਹ ਤਾਂ ਕਹਿੰਦੇ ਸਨ ਮੈਂ ਉਹਨਾਂ ਦਾ ਬੇਟਾ ਹਾਂ, ਮੇਰੇ ਤੋਂ ਜ਼ਿਆਦਾ ਉਹ ਕਿਸੇ ਨਾਲ ਪਿਆਰ ਨਹੀਂ ਕਰਦੇ, ਤਾਂ ਫਿਰ ਉਸ ਔਰਤ ਦੇ ਨਾਲ ਉਹ ਕਿਉਂ ਕਰਦੇ ਹਨ? ਫਿਰ ਜੋ ਗੱਲ ਰੋਹਿਤ ਨੇ ਕਹੀ, ਉਸ ਗੱਲ ਨੂੰ ਸੁਣ ਕੇ ਮੇਰੀਆਂ ਅੱਖਾਂ ਸ਼ਰਮ ਦੇ ਨਾਲ ਝੁਕ ਗਈਆਂ ਸਨ। ਮੇਰੀ ਉਮਰ ਘੱਟ ਸੀ ਅਤੇ ਇਸ ਤਰ੍ਹਾਂ ਦੀਆਂ ਗੱਲਾਂ ਮੇਰੀ ਸਮਝ ਤੋਂ ਬਾਹਰ ਸਨ, ਪਰ ਫਿਰ ਵੀ ਮੈਂ ਉਸ ਉਮਰ ਦੇ ਵਿੱਚ ਸੀ ਕਿ ਮੈਨੂੰ ਔਰਤ ਅਤੇ ਮਰਦ ਦੇ ਰਿਸ਼ਤੇ ਦੇ ਬਾਰੇ ਸਮਝ ਆਉਣ ਲੱਗੀ ਸੀ। ਉਹ ਬਿਲਕੁਲ ਸਹੀ ਬੋਲ ਰਿਹਾ ਸੀ। ਇੱਕ ਮਰਦ ਨੂੰ ਜਦੋਂ ਆਪਣੀ ਜ਼ਰੂਰਤ ਮਹਿਸੂਸ ਹੁੰਦੀ ਹੈ ਤਾਂ ਉਹ ਸਭ ਕੁਝ ਭੁੱਲ ਜਾਂਦਾ ਹੈ। ਪਾਪਾ ਦਾ ਵੀ ਇਹੀ ਹਾਲ ਸੀ। ਮਾਂ ਦੇ ਜਾਣ ਤੋਂ ਬਾਅਦ ਉਹਨਾਂ ਨੂੰ ਇੱਕ ਔਰਤ ਦੀ ਲੋੜ ਮਹਿਸੂਸ ਹੋ ਰਹੀ ਸੀ ਅਤੇ ਉਹ ਸਾਰੀਆਂ ਚੀਜ਼ਾਂ ਨੂੰ ਇਗਨੋਰ ਕਰਦੇ ਹੋਏ ਆਪਣਾ ਹੱਕ ਲੈ ਰਹੇ ਸਨ। ਖੈਰ, ਉਸ ਨੂੰ ਸਮਝਾਉਣ ਤੇ ਮੈਂ ਬਹੁਤ ਗੌਰ ਕੀਤਾ ਕਿ ਮੈਂ ਵਾਪਸ ਜਾਵਾਂਗਾ। ਹਾਂ, ਰੋਹਿਤ ਦੀ ਗੱਲ ਸਹੀ ਸੀ। ਮੈਨੂੰ ਘਰ ਨਹੀਂ ਛੱਡਣਾ ਚਾਹੀਦਾ ਸੀ। ਉੱਥੇ ਮੇਰਾ ਹੱਕ ਸੀ ਅਤੇ ਉਹ ਔਰਤ ਬੇਗਾਨੀ ਸੀ ਜਿਸ ਨੂੰ ਮੈਂ ਆਪਣੇ ਘਰ ਤੋਂ ਕੱਢਣਾ ਸੀ। ਇਹੀ ਸੋਚ ਕੇ ਮੈਂ ਆਪਣੇ ਘਰ ਵਾਪਸ ਚਲਾ ਗਿਆ ਸੀ। ਮੇਰੇ ਪਾਪਾ ਸੋਫੇ ਤੇ ਬੈਠੇ ਸਨ, ਹੱਥ ਦੇ ਵਿੱਚ ਮੋਬਾਈਲ ਸੀ ਅਤੇ ਲਗਾਤਾਰ ਆਪਣਾ ਮੱਥਾ ਮਸਲ ਰਹੇ ਸਨ। ਯਕੀਨਨ ਮੇਰਾ ਜਾਣਾ ਉਹਨਾਂ ਨੂੰ ਪਰੇਸ਼ਾਨ ਕਰ ਰਿਹਾ ਸੀ। ਮੈਂ ਇੱਕ ਡੂੰਘਾ ਸਾਹ ਲਿਆ ਤੇ ਆਪਣੇ ਆਪ ਨੂੰ ਮਜ਼ਬੂਤ ਕੀਤਾ। ਜੋ ਵੀ ਸੀ, ਹੁਣ ਮੈਂ ਇੱਥੇ ਹੀ ਰਹਿਣਾ ਸੀ ਅਤੇ ਇਹਨਾਂ ਸਾਰਿਆਂ ਦੇ ਵਿਚਕਾਰ ਹੀ ਰਹਿਣਾ ਸੀ। ਇਸ ਕਰਕੇ ਮੈਂ ਸਾਰੀਆਂ ਚੀਜ਼ਾਂ ਤੇ ਕਾਬੂ ਪਾਉਣਾ ਸੀ। ਮੈਂ ਹਿੰਮਤ ਕਰਕੇ ਲਿਵਿੰਗ ਰੂਮ ਦੇ ਵਿੱਚ ਕਦਮ ਰੱਖਿਆ ਤਾਂ ਉਹ ਔਰਤ ਖੁਸ਼ੀ ਦੇ ਨਾਲ ਬੋਲੀ, ਸਾਹਿਲ ਦੇਖੋ, ਆਕਾਸ਼ ਆ ਗਿਆ ਹੈ। ਮੇਰੇ ਪਾਪਾ ਨੇ ਸਿਰ ਚੱਕਿਆ ਅਤੇ ਦੇਖਦੇ ਹੀ ਇਸ ਤਰ੍ਹਾਂ ਲੱਗਿਆ ਜਿਵੇਂ ਉਹਨਾਂ ਨੇ ਸੁੱਖ ਦਾ ਸਾਹ ਲਿਆ ਹੋਵੇ। ਜਦੋਂ ਕਿ ਮੈਂ ਚੁੱਪਚਾਪ ਆਪਣੇ ਕਮਰੇ ਦੇ ਵਿੱਚ ਚਲਾ ਗਿਆ। ਮੇਰੇ ਵਿੱਚ ਹਿੰਮਤ ਨਹੀਂ ਸੀ ਕਿ ਮੈਂ ਆਪਣੇ ਪਾਪਾ ਦਾ ਸਾਹਮਣਾ ਕਰ ਸਕਦਾ। ਦਿਲ ਦੇ ਵਿੱਚ ਇੱਕ ਅਜੀਬ ਜਿਹੀ ਸ਼ਰਮਿੰਦਗੀ ਮਹਿਸੂਸ ਹੋ ਰਹੀ ਸੀ। ਇੱਕ ਪਲ ਦੇ ਲਈ ਮੈਨੂੰ ਮਹਿਸੂਸ ਹੋਇਆ ਕਿ ਜਿਵੇਂ ਰੋਹਿਤ ਦਾ ਫੈਸਲਾ ਗਲਤ ਹੈ, ਉਹ ਮੈਨੂੰ ਗਲਤ ਗੱਲਾਂ ਸਿਖਾ ਰਿਹਾ ਹੈ। ਪਰ ਖੈਰ, ਮੈਂ ਕਿਸੇ ਗੈਰ ਦੇ ਘਰ ਦੇ ਵਿੱਚ ਨਹੀਂ ਆਇਆ ਸੀ। ਇਹ ਮੇਰਾ ਆਪਣਾ ਘਰ ਸੀ। ਮੈਂ ਜਿਵੇਂ ਹੀ ਕਮਰੇ ਦਾ ਦਰਵਾਜ਼ਾ ਖੋਲ੍ਹਣ ਦੀ ਕੋਸ਼ਿਸ਼ ਕੀਤੀ ਤਾਂ ਮੈਂ ਹੈਰਾਨ ਹੋ ਗਿਆ ਕਿ ਕਮਰੇ ਦਾ ਦਰਵਾਜ਼ਾ ਅੰਦਰੋਂ ਬੰਦ ਸੀ। ਇਹ ਕੀ ਗੱਲ ਸੀ? ਮੇਰੀ ਸਮਝ ਤੋਂ ਬਾਹਰ ਸੀ। ਮੈਂ ਜਿਵੇਂ ਹੀ ਦਰਵਾਜ਼ਾ ਖੜਕਾਇਆ ਤਾਂ ਕਮਰੇ ਦੇ ਵਿੱਚ ਜਿਵੇਂ ਸ਼ਾਂਤੀ ਜਿਹੀ ਹੋ ਗਈ। ਮੈਂ ਹੇਠਾਂ ਆਵਾਜ਼ ਮਾਰੀ ਕਿ ਰਾਣੋ, ਮੇਰਾ ਕਮਰਾ ਕਿਉਂ ਬੰਦ ਹੈ? ਰਾਣੋ ਸਾਡੇ ਘਰ ਦੀ ਪੁਰਾਣੀ ਨੌਕਰਾਣੀ ਸੀ ਜੋ ਮੇਰੇ ਅਤੇ ਪਾਪਾ ਦੇ ਲਈ ਖਾਣਾ ਬਣਾਉਂਦੀ ਸੀ। ਦਰਵਾਜ਼ਾ ਖੜਕਾਉਣ ਦੀ ਦੇਰ ਸੀ ਕਿ ਕੁਝ ਸਮੇਂ ਬਾਅਦ ਦਰਵਾਜ਼ਾ ਖੁੱਲ੍ਹਿਆ ਤੇ ਸਾਹਮਣੇ ਖੜੀ ਉਸ ਲੜਕੀ ਨੂੰ ਦੇਖ ਕੇ ਮੈਨੂੰ ਆਪਣਾ ਦਿਮਾਗ ਫਟਦਾ ਹੋਇਆ ਮਹਿਸੂਸ ਹੋਇਆ। ਮੈਂ ਕਮਰੇ ਦਾ ਦਰਵਾਜ਼ਾ ਪੂਰੀ ਤਰ੍ਹਾਂ ਖੋਲ੍ਹ ਦਿੱਤਾ। ਜਦੋਂ ਮੈਂ ਅੰਦਰ ਦਾ ਦ੍ਰਿਸ਼ ਦੇਖਿਆ ਤਾਂ ਮੇਰਾ ਬਸ ਨਹੀਂ ਚੱਲ ਰਿਹਾ ਸੀ ਕਿ ਉਹ ਲੜਕੀ ਮੇਰੇ ਕਮਰੇ ਦੇ ਵਿੱਚ ਸ਼ਿਫਟ ਹੋ ਗਈ ਸੀ। ਮੈਂ ਇੱਕ ਵਾਰ ਫਿਰ ਤੋਂ ਗੁੱਸੇ ਦੇ ਵਿੱਚ ਚੀਕਿਆ। ਮੇਰੇ ਪਾਪਾ ਅਤੇ ਉਹ ਔਰਤ ਉੱਪਰ ਹੀ ਆ ਰਹੇ ਸਨ। ਮੈਂ ਗੁੱਸੇ ਦੇ ਨਾਲ ਆਪਣੀਆਂ ਮੁੱਠੀਆਂ ਮੀਚ ਲਈਆਂ। ਮੈਨੂੰ ਦੇਖਦੇ ਹੋਏ ਉਹ ਬੋਲੇ, ਆਕਾਸ਼, ਮੈਂ ਇਹ ਕਮਰਾ ਤਨਵੀ ਨੂੰ ਦੇ ਦਿੱਤਾ ਹੈ। ਤੁਸੀਂ ਹੇਠਾਂ ਰਹਿ ਲਵੋ। ਉਹ ਲੜਕੀ ਹੈ, ਹੇਠਾਂ ਨੌਕਰ ਵੀ ਰਹਿੰਦੇ ਹਨ, ਤਾਂ ਉਸਦਾ ਹੇਠਾਂ ਰਹਿਣਾ ਠੀਕ ਨਹੀਂ ਹੈ। ਮੈਂ ਆਪਣੇ ਆਪ ਨੂੰ ਬਹੁਤ ਮੁਸ਼ਕਲ ਦੇ ਨਾਲ ਕਾਬੂ ਕੀਤਾ। ਮੈਂ ਪਾਪਾ ਦੇ ਵੱਲ ਦੇਖਦੇ ਹੋਏ ਬਹੁਤ ਹੀ ਪਿਆਰ ਦੇ ਨਾਲ ਬੋਲਿਆ, ਤੁਹਾਨੂੰ ਪਤਾ ਹੈ ਨਾ ਕਿ ਮੈਨੂੰ ਮੇਰੇ ਕਮਰੇ ਤੋਂ ਇਲਾਵਾ ਹੋਰ ਕਿਤੇ ਨੀਂਦ ਨਹੀਂ ਆਉਂਦੀ, ਤਾਂ ਤੁਸੀਂ ਇਹ ਕਦਮ ਕਿਉਂ ਚੱਕਿਆ? ਮੇਰੇ ਤੋਂ ਜਿੰਨਾ ਹੋ ਸਕਿਆ ਮੈਂ ਆਪਣੇ ਆਪ ਨੂੰ ਨੋਰਮਲ ਰੱਖਿਆ ਸੀ। ਉਹ ਮੈਨੂੰ ਦੇਖਦੇ ਹੋਏ ਆਰਾਮ ਦੇ ਨਾਲ ਬੋਲੇ, ਦੇਖੋ, ਉਹ ਲੜਕੀ ਅਜੇ ਬਹੁਤ ਛੋਟੀ ਹੈ। ਉਹ ਅਜੇ ਸਿਰਫ 12 ਸਾਲ ਦੀ ਹੈ ਅਤੇ ਵੱਡੀ ਹੋ ਰਹੀ ਹੈ। ਤੁਹਾਨੂੰ ਸਮਝਣਾ ਚਾਹੀਦਾ ਹੈ। ਹੁਣ ਉਹ ਤੁਹਾਡੀ ਭੈਣ ਹੈ। ਜਦੋਂ ਕਿ ਮੈਂ ਚੀਕ ਕੇ ਕਿਹਾ, ਮੇਰੀ ਕੋਈ ਭੈਣ ਨਹੀਂ ਹੈ। ਮੇਰੇ ਨਾਲ ਬੇਕਾਰ ਦੇ ਰਿਸ਼ਤੇ ਨਾ ਜੋੜੋ। ਮੈਂ ਇਕੱਲਾ ਹਾਂ ਅਤੇ ਹਮੇਸ਼ਾ ਇਕੱਲਾ ਹੀ ਰਹਾਂਗਾ। ਉਸ ਲੜਕੀ ਨੂੰ ਕਹੋ ਉਹ ਆਪਣਾ ਸਮਾਨ ਚੱਕੇ ਅਤੇ ਆਪਣੇ ਹੇਠਾਂ ਚਲੀ ਜਾਵੇ। ਪਾਪਾ, ਜੇਕਰ ਮੈਂ ਆਪਣੀ ਆਈ ਤੇ ਆ ਗਿਆ ਤਾਂ ਮੈਂ ਪੂਰੇ ਘਰ ਨੂੰ ਬਰਬਾਦ ਕਰ ਦਿਆਂਗਾ। ਮੈਂ ਵੀ ਤੁਹਾਡਾ ਹੀ ਬੇਟਾ ਹਾਂ। ਜੇਕਰ ਮੇਰਾ ਪਿਓ ਜਿੱਦੀ ਸੀ ਤਾਂ ਮੈਂ ਉਹਨਾਂ ਤੋਂ ਵੀ ਵੱਡਾ ਜਿੱਦੀ ਸੀ। ਮੈਨੂੰ ਦੇਖਦੇ ਹੋਏ ਪਾਪਾ ਕਹਿਣ ਲੱਗੇ, ਫਿਰ ਦਫਾ ਹੋ ਜਾਓ ਮੇਰੇ ਘਰ ਤੋਂ। ਜੇਕਰ ਇਸ ਤਰ੍ਹਾਂ ਹੀ ਮੇਰੇ ਨਾਲ ਗੱਲ ਕਰਨੀ ਸੀ ਤਾਂ ਤੁਸੀਂ ਵਾਪਸ ਕਿਉਂ ਆਏ ਹੋ? ਜਦੋਂ ਕਿ ਮੈਂ ਹੈਰਾਨ ਹੋ ਕੇ ਆਪਣੇ ਪਾਪਾ ਨੂੰ ਦੇਖ ਰਿਹਾ ਸੀ ਜੋ ਮੇਰੇ ਤੋਂ ਜ਼ਿਆਦਾ ਇਹਨਾਂ ਬੇਗਾਨਿਆਂ ਨੂੰ ਪਹਿਲ ਦੇ ਰਹੇ ਸਨ। ਉਹ ਸਾਫ਼ ਲਫ਼ਜ਼ਾਂ ਦੇ ਵਿੱਚ ਬੋਲ ਕੇ ਇੱਥੋਂ ਚਲੇ ਗਏ ਸਨ। ਜਦੋਂ ਕਿ ਮੈਂ ਆਪਣੀ ਥਾਂ ਤੇ ਸੁੰਨ ਹੋ ਕੇ ਖੜਾ ਰਹਿ ਗਿਆ ਸੀ। ਇਹ ਕਿਸ ਤਰ੍ਹਾਂ ਦੀ ਪ੍ਰੀਖਿਆ ਸੀ? ਮੇਰੀ ਸਮਝ ਤੋਂ ਸਭ ਬਾਹਰ ਸੀ। ਉਸ ਔਰਤ ਨੇ ਮੈਨੂੰ ਇੱਕ ਨਜ਼ਰ ਦੇਖਿਆ ਅਤੇ ਆਪਣੇ ਪਤੀ ਦੇ ਪਿੱਛੇ ਚਲੀ ਗਈ। ਜਦੋਂ ਮੈਂ ਮੁੜ ਕੇ ਦੇਖਿਆ ਤਾਂ ਉਸ ਔਰਤ ਦੀ ਬੇਟੀ ਡਰੀਆਂ ਹੋਈਆਂ ਨਜ਼ਰਾਂ ਦੇ ਨਾਲ ਮੈਨੂੰ ਦੇਖ ਰਹੀ ਸੀ। ਮੈਂ ਗੁੱਸੇ ਭਰੀਆਂ ਨਜ਼ਰਾਂ ਦੇ ਨਾਲ ਉਸ ਨੂੰ ਦੇਖਿਆ ਤਾਂ ਉਹ ਡਰ ਕੇ ਅੰਦਰ ਚਲੀ ਗਈ। ਮੈਂ ਗੁੱਸੇ ਦੇ ਵਿੱਚ ਇੱਕ ਹੱਥ ਉਸ ਦਰਵਾਜ਼ੇ ਤੇ ਮਾਰਿਆ ਅਤੇ ਗੁੱਸੇ ਦੇ ਵਿੱਚ ਹੇਠਾਂ ਆ ਗਿਆ, ਜਿੱਥੇ ਮੇਰਾ ਸਾਰਾ ਸਮਾਨ ਬਹੁਤ ਹੀ ਪਿਆਰ ਦੇ ਨਾਲ ਸਜਾਇਆ ਹੋਇਆ ਸੀ।
ਸੀ। ਮੇਰੇ ਘਰ ਤੋਂ ਬਾਹਰ ਜਾਣ ਦੇ 5-4 ਘੰਟਿਆਂ ਦੇ ਵਿੱਚ ਹੀ ਇਹ ਸਾਰੀ ਕਾਰਵਾਈ ਹੋਈ ਸੀ। ਮੈਨੂੰ ਆਪਣੇ ਆਪ ਤੇ ਹੀ ਅਫਸੋਸ ਹੋਇਆ ਕਿ ਮੈਂ ਬਾਹਰ ਗਿਆ ਹੀ ਕਿਉਂ। ਜੇਕਰ ਮੈਂ ਬਾਹਰ ਨਾ ਜਾਂਦਾ ਤਾਂ ਅੱਜ ਮੇਰੇ ਕੋਲ ਮੇਰਾ ਕਮਰਾ ਹੁੰਦਾ। ਹੌਲੀ ਹੌਲੀ ਮੇਰਾ ਦਿਲ ਹੋਰ ਵੀ ਸਖਤ ਹੁੰਦਾ ਜਾ ਰਿਹਾ ਸੀ। ਜੋ ਮੈਂ ਹਮੇਸ਼ਾ ਨਰਮ ਸੁਭਾਅ ਦਾ ਸੀ ਅਤੇ ਪਿਆਰ ਦੇ ਨਾਲ ਸਾਰਿਆਂ ਨਾਲ ਗੱਲ ਕਰਦਾ ਸੀ, ਪਰ ਹੁਣ ਹੌਲੀ ਹੌਲੀ ਮੇਰੀ ਜ਼ਿੰਦਗੀ ਬਦਲਦੀ ਜਾ ਰਹੀ ਸੀ। ਮੈਂ ਆਪਣੇ ਪਾਪਾ ਦੇ ਨਾਲ ਮੇਜ਼ ਤੇ ਬੈਠਣਾ ਪੂਰੀ ਤਰ੍ਹਾਂ ਖਤਮ ਕਰ ਦਿੱਤਾ ਸੀ। ਮੈਂ ਇਕੱਲਾ ਹੀ ਕਾਲਜ ਜਾਂਦਾ ਤੇ ਇਕੱਲਾ ਹੀ ਵਾਪਸ ਘਰ ਆਉਂਦਾ। ਅੱਜ ਐਤਵਾਰ ਦਾ ਦਿਨ ਸੀ। ਅੱਜ ਦਾ ਪੂਰਾ ਦਿਨ ਮੈਂ ਆਪਣੇ ਪਾਪਾ ਦੇ ਨਾਲ ਬਿਤਾਉਂਦਾ ਸੀ। ਉਹਨਾਂ ਦੇ ਨਾਲ ਬਾਹਰ ਘੁੰਮਣ ਜਾਂਦਾ ਸੀ। ਮੈਂ 18 ਸਾਲ ਦਾ ਸੀ, ਪਰ ਮੇਰੇ ਪਾਪਾ ਦੇ ਨਾਲ ਮੇਰੀ ਦੋਸਤੀ ਬਹੁਤ ਚੰਗੀ ਸੀ। ਉਹ ਵੀ ਮੈਨੂੰ ਪੂਰਾ ਸਮਾਂ ਦਿੰਦੇ ਸਨ। ਮੈਂ ਸ਼ੀਸ਼ੇ ਦੇ ਸਾਹਮਣੇ ਖੜਾ ਹੋ ਕੇ ਇੱਕ ਡੂੰਘਾ ਸਾਹ ਲਿਆ। ਇਹਨਾਂ ਘਰ ਵਿੱਚ ਆਈਆਂ ਹੋਈਆਂ ਔਰਤਾਂ ਦੇ ਕਾਰਨ ਮੈਂ ਆਪਣੇ ਪਾਪਾ ਤੋਂ ਕਿਉਂ ਦੂਰ ਹੋ ਰਿਹਾ ਸੀ। ਫਿਰ ਮੈਂ ਇਸ ਗੱਲ ਨੂੰ ਦਿਮਾਗ ਦੇ ਵਿੱਚੋਂ ਕੱਢਿਆ। ਅੱਜ ਇਹਨਾਂ ਦੇ ਵਿਆਹ ਨੂੰ ਪੂਰੇ 4 ਮਹੀਨੇ ਹੋ ਗਏ ਸਨ ਅਤੇ ਇਹਨਾਂ 4 ਮਹੀਨਿਆਂ ਦੇ ਵਿੱਚ ਜੋ ਕੁਝ ਮੈਂ ਸਹਿਆ ਸੀ ਉਹ ਕਿੰਨਾ ਸ਼ਬਦਾਂ ਦੇ ਵਿੱਚ ਦੱਸਾਂ ਮੈਨੂੰ ਨਹੀਂ ਪਤਾ ਸੀ। ਮੈਂ ਸੋਚ ਲਿਆ ਸੀ ਕਿ ਅੱਜ ਮੈਂ ਪਾਪਾ ਦੇ ਨਾਲ ਬਾਹਰ ਘੁੰਮਣ ਦੇ ਲਈ ਜਾਵਾਂਗਾ, ਉਹਨਾਂ ਦੇ ਨਾਲ ਪੂਰਾ ਸਮਾਂ ਬਿਤਾਵਾਂਗਾ, ਆਪਣੇ ਦਿਲ ਦੀਆਂ ਗੱਲਾਂ ਉਹਨਾਂ ਦੇ ਨਾਲ ਕਰਾਂਗਾ ਅਤੇ ਕੁਝ ਉਹਨਾਂ ਦੀਆਂ ਸੁਣਾਂਗਾ। ਪਰ ਮੈਨੂੰ ਨਹੀਂ ਪਤਾ ਸੀ ਕਿ ਅੱਜ ਮੇਰੇ ਨਾਲ ਕੀ ਹੋਣ ਵਾਲਾ ਹੈ। ਜਦੋਂ ਮੈਂ ਕਮਰੇ ਤੋਂ ਬਾਹਰ ਆਇਆ ਤਾਂ ਪਾਪਾ ਕਿਤੇ ਜਾਣ ਦੀ ਤਿਆਰੀ ਕਰ ਰਹੇ ਸਨ। ਮੈਂ ਜਲਦੀ ਨਾਲ ਉਹਨਾਂ ਦੇ ਕੋਲ ਆਇਆ ਅਤੇ ਉਹਨਾਂ ਨੂੰ ਅਜੇ ਕੁਝ ਬੋਲਣ ਹੀ ਵਾਲਾ ਸੀ ਕਿ ਇਸ ਤੋਂ ਪਹਿਲਾਂ ਕਿ ਉਹਨਾਂ ਦੇ ਕਮਰੇ ਦਾ ਦਰਵਾਜ਼ਾ ਖੁੱਲਿਆ ਅਤੇ ਉਹਨਾਂ ਦੀ ਨਵੀਂ ਨਵੇਲੀ ਪਤਨੀ ਤਿਆਰ ਹੋ ਕੇ ਪਾਪਾ ਦੇ ਕੋਲ ਆ ਕੇ ਖੜੀ ਹੋ ਗਈ। ਮੇਰੇ ਵੱਲ ਦੇਖ ਕੇ ਉਸਨੇ ਪਾਪਾ ਨੂੰ ਕਿਹਾ, ਸਾਹਿਲ ਜਲਦੀ ਕਰੋ, ਮੈਂ ਲੇਟ ਹੋ ਰਹੀ ਹਾਂ, ਸੀਮਾ ਬੁਰਾ ਮੰਨ ਜਾਵੇਗੀ। ਜਦੋਂ ਕਿ ਉਹ ਬੋਲੇ ਕਿ ਹਾਂ ਮੈਂ ਬਿਲਕੁਲ ਤਿਆਰ ਹਾਂ, ਤੁਸੀਂ ਹੀ ਲੇਟ ਕਰ ਰਹੇ ਹੋ। ਇਹ ਕਹਿੰਦੇ ਹੋਏ ਉਹਨਾਂ ਨੇ ਮੇਰੀ ਸਤੇਲੀ ਮਾਂ ਦਾ ਹੱਥ ਫੜਿਆ ਤੇ ਇੱਕ ਹੱਥ ਦੇ ਨਾਲ ਉਸ ਲੜਕੀ ਦਾ ਹੱਥ ਫੜ ਲਿਆ ਜਿਸ ਨੇ ਮੇਰੇ ਕਮਰੇ ਤੇ ਕਬਜ਼ਾ ਕੀਤਾ ਸੀ ਅਤੇ ਉਹ ਮੇਰੇ ਪਿਓ ਤੇ ਕਬਜ਼ਾ ਕਰਕੇ ਬੈਠੀ ਸੀ। ਅਤੇ ਮੇਰੇ ਪਾਪਾ ਨੇ ਕਦਮ ਅੱਗੇ ਵਧਾਏ ਅਤੇ ਜਾਂਦੇ ਜਾਂਦੇ ਬੋਲੇ ਕਿ ਹਾਂ ਆਕਾਸ਼, ਜੇਕਰ ਤੁਸੀਂ ਬਾਹਰ ਜਾਓ ਤਾਂ ਰਾਣੋ ਨੂੰ ਦੱਸ ਕੇ ਜਾਇਓ ਕਿ ਉਹ ਤੁਹਾਡੇ ਲਈ ਖਾਣਾ ਨਾ ਬਣਾਵੇ। ਅਸੀਂ ਰਾਤ ਦਾ ਖਾਣਾ ਬਾਹਰ ਹੀ ਖਾ ਕੇ ਆਵਾਂਗੇ। ਜਦੋਂ ਕਿ ਮੈਂ ਹੈਰਾਨ ਹੋ ਕੇ ਆਪਣੇ ਪਾਪਾ ਨੂੰ ਦੇਖਦਾ ਰਹਿ ਗਿਆ ਸੀ। ਮੈਂ ਤਾਂ ਉਹਨਾਂ ਦੇ ਨਾਲ ਬਾਹਰ ਜਾਣਾ ਚਾਹੁੰਦਾ ਸੀ, ਉਹ ਮੈਨੂੰ ਹੀ ਛੱਡ ਕੇ ਜਾ ਰਹੇ ਸਨ। ਜਿਵੇਂ ਹੀ ਉਹ ਥੋੜਾ ਅੱਗੇ ਵਧੇ ਤਾਂ ਮੇਰੇ ਮੂੰਹੋਂ ਆਵਾਜ਼ ਨਿਕਲੀ, ਪਾਪਾ ਮੇਰੀ ਗੱਲ ਤਾਂ ਸੁਣੋ। ਪਰ ਉਹ ਜਲਦੀ ਦੇ ਨਾਲ ਉਸ ਲੜਕੀ ਦਾ ਹੱਥ ਫੜ ਕੇ ਅੱਗੇ ਵੱਧ ਚੁੱਕੇ ਸਨ। ਹਾਂ ਆਕਾਸ਼, ਮੈਂ ਤੁਹਾਡੇ ਨਾਲ ਆ ਕੇ ਗੱਲ ਕਰਦਾ ਹਾਂ, ਮੈਨੂੰ ਥੋੜੀ ਦੇਰ ਹੋ ਰਹੀ ਹੈ। ਤਨਵੀ ਦੀ ਮਾਸੀ ਦੇ ਘਰ ਸਾਡਾ ਖਾਣਾ ਹੈ। ਅਤੇ ਮੈਂ ਆਪਣੀ ਥਾਂ ਤੇ ਸੁੰਨ ਹੋ ਕੇ ਖੜਾ ਰਹਿ ਗਿਆ ਸੀ। ਅੱਜ ਪਹਿਲੀ ਵਾਰ ਪਾਪਾ ਨੇ ਮੈਨੂੰ ਪੂਰੀ ਤਰ੍ਹਾਂ ਖਤਮ ਕਰ ਦਿੱਤਾ ਸੀ। ਬਦਲੇ ਦੀ ਅੱਗ ਮੇਰੇ ਦਿਲ ਦੇ ਵਿੱਚ ਭੜਕ ਉੱਠੀ ਸੀ ਅਤੇ ਮੈਨੂੰ ਨਹੀਂ ਪਤਾ ਸੀ ਕਿ ਮੈਂ ਕਿਸ ਰਾਤ ਦਾ ਮੁਸਾਫਿਰ ਬਣਨ ਵਾਲਾ ਹਾਂ। ਬਦਲੇ ਦੀ ਅੱਗ ਦੇ ਵਿੱਚ ਮੈਂ ਰਿਸ਼ਤਿਆਂ ਦੀਆਂ ਧੱਜੀਆਂ ਉਡਾਉਣ ਵਾਲਾ ਸੀ ਅਤੇ ਇਹ ਸਾਰੀ ਗਲਤੀ ਮੇਰੇ ਪਾਪਾ ਦੀ ਸੀ। ਉਹਨਾਂ ਨੇ ਹੀ ਮੈਨੂੰ ਇਹ ਸਭ ਕੁਝ ਕਰਨ ਦੇ ਲਈ ਮਜਬੂਰ ਕੀਤਾ ਸੀ। ਸਮੇਂ ਦਾ ਪਹੀਆ ਘੁੰਮਦਾ ਜਾ ਰਿਹਾ ਸੀ। ਰਾਤ ਨੂੰ ਘਰ ਲੇਟ ਵਾਪਸ ਆਉਣਾ ਅਤੇ ਸਵੇਰੇ ਜਲਦੀ ਚਲੇ ਜਾਣਾ। ਮੈਂ ਹੁਣ ਕਾਲਜ ਪੂਰਾ ਕਰ ਲਿਆ ਸੀ ਅਤੇ ਯੂਨੀਵਰਸਿਟੀ ਦੇ ਵਿੱਚ ਦਾਖਲਾ ਲੈ ਲਿਆ ਸੀ। ਹੁਣ ਮੈਨੂੰ ਕਿਸੇ ਦੀ ਕੋਈ ਪਰਵਾਹ ਨਹੀਂ ਸੀ। ਹਰ ਰੋਜ਼ ਪਾਪਾ ਮੇਰੇ ਨਾਲ ਆਪਣੇ ਬਿਜ਼ਨਸ ਦੇ ਬਾਰੇ ਗੱਲ ਕਰਨ ਦੀ ਕੋਸ਼ਿਸ਼ ਕਰਦੇ। ਕਈ ਵਾਰ ਮੈਨੂੰ ਟੋਕਿਆ ਵੀ ਸੀ ਕਿ ਫੈਕਟਰੀ ਦੇ ਵਿੱਚ ਆਓ, ਮੇਰੀ ਮਦਦ ਕਰਵਾਓ, ਅਤੇ ਮੈਂ ਚੁੱਪਚਾਪ ਬਸ ਉਹਨਾਂ ਨੂੰ ਸੁਣਦਾ ਰਹਿੰਦਾ। ਹੁਣ ਉਹ ਲੜਕੀ ਵੀ 12ਵੀਂ ਕਲਾਸ ਦੇ ਵਿੱਚ ਹੋ ਚੁੱਕੀ ਸੀ। ਮੈਂ ਇੱਕ ਚੀਜ਼ ਨੋਟ ਕੀਤੀ ਸੀ ਕਿ ਉਹ ਮੇਰੇ ਤੋਂ ਬਹੁਤ ਡਰਦੀ ਸੀ। ਮੈਂ ਜਿੱਥੇ ਵੀ ਹੁੰਦਾ ਉਹ ਉਸ ਜਗ੍ਹਾ ਤੋਂ ਚਲੀ ਜਾਂਦੀ। ਸ਼ਾਇਦ ਮੇਰੀ ਪਹਿਲੀ ਛਾਪ ਹੀ ਉਸ ਤੇ ਬੁਰੀ ਪਈ ਸੀ। ਉਹ ਮੇਰੇ ਤੋਂ ਡਰਦੀ ਸੀ ਪਰ ਪਾਪਾ ਦੇ ਬਹੁਤ ਜ਼ਿਆਦਾ ਨੇੜੇ ਸੀ। ਪਾਪਾ ਵੀ ਉਸ ਨੂੰ ਬਹੁਤ ਪਿਆਰ ਕਰਦੇ ਸਨ। ਇਹ ਦੇਖ ਕੇ ਮੈਂ ਚਿੜਦਾ ਸੀ, ਪਰ ਜਦੋਂ ਉਹ ਮੈਨੂੰ ਦੇਖ ਕੇ ਡਰਦੇ ਮਾਰੇ ਥਰ-ਥਰ ਕੰਬਦੀ ਤਾਂ ਮੈਨੂੰ ਬਹੁਤ ਖੁਸ਼ੀ ਹੁੰਦੀ ਸੀ, ਕਿਉਂਕਿ ਜੋ ਬਦਲਾ ਲੈਣਾ ਮੈਂ ਸੋਚ ਚੁੱਕਿਆ ਸੀ ਉਸ ਦੇ ਲਈ ਉਸ ਦਾ ਡਰਨਾ ਜ਼ਰੂਰੀ ਸੀ। ਸਮਾਂ ਗੁਜ਼ਰਦਾ ਜਾ ਰਿਹਾ ਸੀ ਅਤੇ ਅੱਜ ਮੇਰੇ ਪਾਪਾ ਦੀ ਐਨਵਰਸਰੀ ਸੀ। ਇਹ ਸਮਾਂ ਮੇਰੇ ਲਈ ਬਹੁਤ ਹੀ ਦਰਦਨਾਕ ਸੀ। ਪਾਪਾ ਦਾ ਇਰਾਦਾ ਵਿਆਹ ਦੀ ਐਨਵਰਸਰੀ ਨੂੰ ਵੱਡੇ ਪੱਧਰ ਤੇ ਮਨਾਉਣ ਦਾ ਸੀ, ਪਰ ਕੁਝ ਸਮੱਸਿਆ ਦੇ ਕਾਰਨ ਉਹ ਸਾਡੇ ਚਾਰਾਂ ਦੇ ਨਾਲ ਇੱਕ ਡਿਨਰ ਤੇ ਜਾਣਾ ਚਾਹੁੰਦੇ ਸਨ। ਮੈਂ ਬਹੁਤ ਹੀ ਚੁੱਪਚਾਪ ਅਤੇ ਸ਼ਾਂਤੀ ਦੇ ਨਾਲ ਇਨਕਾਰ ਕਰ ਦਿੱਤਾ। ਮੇਰੇ ਮਨ ਦੇ ਵਿੱਚ ਤਾਂ ਕੁਝ ਹੋਰ ਹੀ ਪਲਾਨ ਚੱਲ ਰਿਹਾ ਸੀ, ਕਿਉਂਕਿ ਮੈਨੂੰ ਵੀ ਪਤਾ ਸੀ ਕਿ ਤਨਵੀ ਨਹੀਂ ਜਾਵੇਗੀ। ਉਸਦੇ ਪੇਪਰ ਹੋਣ ਵਾਲੇ ਸਨ ਅਤੇ ਉਹ ਇੱਕ ਬਹੁਤ ਲਾਇਕ ਸਟੂਡੈਂਟ ਸੀ ਅਤੇ ਪੜ੍ਹਾਈ ਦੇ ਮਾਮਲੇ ਦੇ ਵਿੱਚ ਉਹ ਕੋਈ ਵੀ ਸਮਝੌਤਾ ਨਹੀਂ ਕਰਦੀ ਸੀ। ਉਹ 18 ਸਾਲ ਦੀ ਹੋ ਗਈ ਸੀ। ਦੇਖਣ ਦੇ ਵਿੱਚ ਉਹ ਬਹੁਤ ਖੂਬਸੂਰਤ ਸੀ ਅਤੇ ਉਹ ਬਿਲਕੁਲ ਆਪਣੀ ਮਾਂ ਤੇ ਗਈ ਸੀ। ਗੋਰਾ ਚਿੱਟਾ ਰੰਗ ਅਤੇ ਲੰਬੇ ਵਾਲ। ਮੈਂ ਉਸ ਲੜਕੀ ਨੂੰ ਲੁਕ-ਲੁਕ ਕੇ ਦੇਖਿਆ ਕਰਦਾ ਸੀ। ਮੇਰੇ ਪਿਓ ਨੇ ਉਸ ਦੇ ਨਾਲ ਜ਼ਬਰਦਸਤੀ ਮੇਰਾ ਭੈਣ ਭਰਾ ਦਾ ਰਿਸ਼ਤਾ ਜੋੜ ਦਿੱਤਾ ਸੀ, ਪਰ ਮੈਂ ਇਸ ਰਿਸ਼ਤੇ ਨੂੰ ਕਦੇ ਵੀ ਦਿਲ ਤੋਂ ਸਵੀਕਾਰ ਨਹੀਂ ਕਰ ਸਕਿਆ ਸੀ। ਉਹ ਅੱਜ ਵੀ ਮੇਰੇ ਲਈ ਇੱਕ ਅਣਜਾਣ ਅਤੇ ਗੈਰ ਲੜਕੀ ਸੀ, ਜਿਸ ਦੇ ਨਾਲ ਮੇਰਾ ਖੂਨ ਦਾ ਕੋਈ ਰਿਸ਼ਤਾ ਨਹੀਂ ਸੀ। ਕਈ ਵਾਰ ਮੈਂ ਉਸ ਦੇ ਵਾਲ ਦੇਖੇ ਸਨ ਜੋ ਬਹੁਤ ਖੂਬਸੂਰਤ ਸਨ। ਮੇਰਾ ਦਿਲ ਉਸ ਦੇ ਵਾਲਾਂ ਦੇ ਨਾਲ
ਖੇਡਣ ਨੂੰ ਕਰਦਾ ਸੀ, ਪਰ ਮੈਂ ਆਪਣੇ ਆਪ ਨੂੰ ਕਾਬੂ ਦੇ ਵਿੱਚ ਰੱਖਿਆ ਸੀ ਕਿਉਂਕਿ ਮੈਨੂੰ ਇੱਕ ਬਹੁਤ ਚੰਗੇ ਮੌਕੇ ਦੀ ਭਾਲ ਸੀ। ਮੇਰੇ ਸਾਹਮਣੇ ਕਈ ਵਾਰ ਉਸ ਦੀ ਮਾਂ ਨੇ ਉਸ ਨੂੰ ਕਿਹਾ ਕਿ ਤੁਸੀਂ ਵੀ ਨਾਲ ਚੱਲੋ, ਕੁਝ ਘੰਟਿਆਂ ਦੀ ਤਾਂ ਗੱਲ ਹੈ, ਮੇਰੀ ਖੁਸ਼ੀ ਦੇ ਵਿੱਚ ਸ਼ਾਮਲ ਹੋ ਜਾਓ, ਅਤੇ ਉਸਨੇ ਆਸਾਨੀ ਦੇ ਨਾਲ ਇਨਕਾਰ ਕਰ ਦਿੱਤਾ ਸੀ ਕਿਉਂਕਿ ਮੈਂ ਵੀ ਇਹੀ ਚਾਹੁੰਦਾ ਸੀ। ਇਹ ਮੌਕਾ ਮੇਰੇ ਲਈ ਬਹੁਤ ਚੰਗਾ ਸੀ। ਪਾਪਾ ਅਤੇ ਉਹਨਾਂ ਦੀ ਪਤਨੀ ਦੇ ਜਾਣ ਤੋਂ ਬਾਅਦ ਮੈਂ ਵੀ ਤੁਰੰਤ ਘਰ ਦੇ ਬਾਹਰ ਚਲਾ ਗਿਆ ਸੀ ਅਤੇ ਫਿਰ ਮੈਂ ਲੈਂਡਲਾਈਨ ਤੇ ਕਾਲ ਕੀਤੀ ਸੀ। ਮੈਂ ਆਪਣੇ ਦੋਸਤ ਦੇ ਕੋਲ ਬੈਠਾ ਸੀ ਅਤੇ ਸਿਰਗਟ ਫੂਕ ਰਿਹਾ ਸੀ। ਪਹਿਲੀ ਰਿੰਗ ਗਈ, ਦੂਜੀ ਰਿੰਗ ਗਈ ਅਤੇ ਫਿਰ ਤੀਜੀ ਰਿੰਗ ਤੇ ਉਸ ਦੀ ਮਿੱਠੀ ਜਿਹੀ ਆਵਾਜ਼ ਮੇਰੇ ਕੰਨਾਂ ਦੇ ਵਿੱਚ ਪਈ ਸੀ। ਮੈਂ ਘਬਰਾ ਕੇ ਬੋਲਿਆ, ਤਨਵੀ ਜਲਦੀ ਘਰ ਤੋਂ ਬਾਹਰ ਨਿਕਲੋ, ਆਂਟੀ ਅਤੇ ਪਾਪਾ ਦਾ ਬਹੁਤ ਖਤਰਨਾਕ ਐਕਸੀਡੈਂਟ ਹੋਇਆ ਹੈ, ਜਲਦੀ ਨਾਲ ਬਾਹਰ ਆਓ, ਮੈਂ ਬਾਹਰ ਹੀ ਖੜਾ ਹਾਂ। ਇਹ ਸੁਣ ਕੇ ਉਹ ਘਬਰਾ ਗਈ ਸੀ। ਇਸ ਤੋਂ ਪਹਿਲਾਂ ਕਿ ਉਹ ਪੁੱਛਦੀ ਮੈਂ ਫੋਨ ਬੰਦ ਕਰ ਚੁੱਕਿਆ ਸੀ। ਮੇਰੇ ਦੋਸਤ ਇਸ ਗੱਲ ਤੇ ਜ਼ੋਰ ਨਾਲ ਹੱਸੇ ਸਨ। ਮੈਂ ਰੋਹਿਤ ਦੇ ਵੱਲ ਦੇਖਿਆ ਅਤੇ ਉਸ ਨੂੰ ਪੁੱਛਿਆ ਕਿ ਸਾਰਾ ਇੰਤਜ਼ਾਮ ਪੱਕਾ ਹੈ ਨਾ। ਉਸਨੇ ਜਲਦੀ ਨਾਲ ਸਿਰ ਹਿਲਾਇਆ ਅਤੇ ਓਕੇ ਦਾ ਸੰਕੇਤ ਦਿੰਦੇ ਹੋਏ ਸਾਡੇ ਸਾਰਿਆਂ ਦੇ ਵੱਲ ਇਸ਼ਾਰਾ ਕਰ ਦਿੱਤਾ। ਮੈਂ ਗੱਡੀ ਦਾ ਸਟੀਅਰਿੰਗ ਸੰਭਾਲ ਚੁੱਕਿਆ ਸੀ ਜਦੋਂ ਕਿ ਮੇਰਾ ਇੱਕ ਦੋਸਤ ਮੇਰੇ ਨਾਲ ਅੱਗੇ ਬੈਠਾ ਸੀ ਅਤੇ ਇੱਕ ਪਿੱਛੇ ਤਨਵੀ ਦਾ ਘਰੋਂ ਨਿਕਲਣਾ ਸੀ ਅਤੇ ਮੇਰੇ ਦੋਸਤਾਂ ਨੇ ਉਸ ਦੇ ਮੂੰਹ ਤੇ ਕਾਲਾ ਕੱਪੜਾ ਪਾ ਦਿੱਤਾ ਸੀ ਅਤੇ ਮੈਂ ਉਸ ਨੂੰ ਚੱਕ ਕੇ ਗੱਡੀ ਦੇ ਵਿੱਚ ਸੁੱਟ ਲਿਆ। ਮੈਂ ਜਲਦੀ ਨਾਲ ਗੱਡੀ ਚਲਾਈ ਅਤੇ ਸਿੱਧਾ ਆਪਣੇ ਦੋਸਤ ਦੇ ਫਲੈਟ ਤੇ ਪਹੁੰਚ ਗਿਆ। ਤਨਵੀ ਚੀਕ ਰਹੀ ਸੀ, ਰੋ ਰਹੀ ਸੀ, ਪਰ ਮੈਨੂੰ ਕੋਈ ਫਰਕ ਨਹੀਂ ਪੈ ਰਿਹਾ ਸੀ। ਉੱਥੇ ਪਹੁੰਚਦੇ ਹੀ ਮੈਂ ਉਸ ਨੂੰ ਝਟਕੇ ਦੇ ਨਾਲ ਬਾਹਰ ਕੱਢਿਆ ਅਤੇ ਉਸ ਨੂੰ ਫਲੈਟ ਦੇ ਵਿੱਚ ਲੈ ਗਿਆ। ਉਹ ਇੱਕ ਵਾਰ ਫਿਰ ਰੋਂਦੇ ਹੋਏ ਬੋਲੀ, ਰੱਬ ਦਾ ਵਾਸਤਾ ਕਾਸ਼ ਮੇਰੇ ਨਾਲ ਕੁਝ ਨਾ ਕਰਨਾ, ਮੈਂ ਤੁਹਾਡਾ ਕੀ ਵਿਗਾੜਿਆ ਹੈ, ਮੇਰਾ ਵਿਆਹ ਹੋ ਜਾਵੇਗਾ, ਮੈਂ ਇਸ ਘਰ ਤੋਂ ਚਲੀ ਜਾਵਾਂਗੀ, ਮੈਂ ਫਿਰ ਦੁਬਾਰਾ ਕਦੇ ਨਹੀਂ ਆਵਾਂਗੀ। ਜੇਕਰ ਮੈਨੂੰ ਮੰਮੀ ਦੀ ਯਾਦ ਆਵੇਗੀ ਤਾਂ ਮੈਂ ਉਹਨਾਂ ਨੂੰ ਆਪਣੇ ਕੋਲ ਬੁਲਾ ਲਵਾਂਗੀ, ਪਰ ਕਿਉਂ ਤੁਸੀਂ ਮੇਰੇ ਨਾਲ ਇਸ ਤਰ੍ਹਾਂ ਕਰ ਰਹੇ ਹੋ? ਕਾਸ਼ ਮੇਰੇ ਤੇ ਤਰਸ ਕਰੋ, ਮੈਂ ਬੇਕਸੂਰ ਹਾਂ। ਜਿਸ ਤਰ੍ਹਾਂ ਤੁਸੀਂ ਇੱਕ ਸੌਤੇਲੀ ਮਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਸਵੀਕਾਰ ਕੀਤਾ ਹੈ, ਉਸ ਤਰ੍ਹਾਂ ਹੀ ਮੈਂ ਇੱਕ ਪਿਤਾ ਦੇ ਲਈ ਸਮਝੌਤਾ ਕੀਤਾ ਹੈ। ਮੇਰੀ ਗੱਲ ਤਾਂ ਸੁਣੋ। ਉਹ ਤੜਫ ਕੇ ਰੋ ਪਈ ਸੀ, ਪਰ ਮੇਰੇ ਅੱਖਾਂ ਤੇ ਬਦਲੇ ਦੀ ਪੱਟੀ ਬੰਨ੍ਹ ਚੁੱਕੀ ਸੀ। ਉਸ ਲੜਕੀ ਨੂੰ ਤਾਂ ਮੇਰੇ ਪਿਓ ਦਾ ਪਿਆਰ ਮਿਲ ਰਿਹਾ ਸੀ, ਪਰ ਮੈਨੂੰ ਕੀ ਮਿਲਿਆ ਸੀ? ਇੱਕ ਪਿਓ ਦਾ ਪਿਆਰ ਹੀ ਤਾਂ ਸੀ, ਉਹ ਵੀ ਉਸ ਲੜਕੀ ਨੇ ਆ ਕੇ ਖੋਹ ਲਿਆ ਸੀ। ਮਾਂ ਤਾਂ ਮੇਰੀ ਪਹਿਲਾਂ ਹੀ ਚਲੀ ਗਈ ਸੀ, ਉਸਦੇ ਕੋਲ ਤਾਂ ਸਾਰੇ ਜਹਾਨ ਦੀਆਂ ਖੁਸ਼ੀਆਂ ਸਨ, ਪਰ ਲੋਕ ਇਸ ਤਰ੍ਹਾਂ ਦੇ ਹੀ ਹੁੰਦੇ ਹਨ। ਸਭ ਕੁਝ ਹੁੰਦੇ ਹੋਏ ਵੀ ਉਹਨਾਂ ਦਾ ਰੋਣਾ ਖਤਮ ਨਹੀਂ ਹੁੰਦਾ। ਫਲੈਟ ਦੇ ਵਿੱਚ ਲਿਆਉਂਦੇ ਹੀ ਜਿਵੇਂ ਮੈਂ ਅੰਦਰ ਦਾ ਦਰਵਾਜ਼ਾ ਖੋਲ੍ਹਿਆ ਤਾਂ ਸਾਹਮਣੇ ਦਾ ਨਜ਼ਾਰਾ ਦੇਖ ਕੇ ਉਸ ਦੀਆਂ ਅੱਖਾਂ ਖੁੱਲੀਆਂ ਦੀਆਂ ਖੁੱਲੀਆਂ ਰਹਿ ਗਈਆਂ ਸਨ ਕਿ ਸਾਹਮਣੇ ਵਿਆਹ ਦੀਆਂ ਪੂਰੀਆਂ ਤਿਆਰੀਆਂ ਕੀਤੀਆਂ ਗਈਆਂ ਸਨ। ਬਸ ਪੰਡਿਤ ਜੀ ਦੇ ਆਉਣ ਦੀ ਦੇਰ ਸੀ। ਉਹ ਉੱਥੇ ਹੀ ਗੇਟ ਤੇ ਰੁਕ ਗਈ ਸੀ। ਮੈਂ ਉਸ ਨੂੰ ਅੰਦਰ ਧੱਕਿਆ ਤੇ ਬੋਲਿਆ, ਆਵਾਜ਼ ਬੰਦ ਕਰੋ, ਥੋੜੇ ਸਮੇਂ ਬਾਅਦ ਪੰਡਿਤ ਜੀ ਆਉਣਗੇ, ਉਸ ਤੋਂ ਬਾਅਦ ਸਾਡਾ ਵਿਆਹ ਹੋਵੇਗਾ। ਜੇਕਰ ਤੁਸੀਂ ਬਕਵਾਸ ਕਰਨ ਦੀ ਕੋਸ਼ਿਸ਼ ਕੀਤੀ ਜਾਂ ਫਿਰ ਇਨਕਾਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਯਾਦ ਰੱਖਿਓ, ਮੈਂ ਬਿਨਾਂ ਰਿਸ਼ਤੇ ਦੇ ਹੀ ਸੰਬੰਧ ਬਣਾ ਸਕਦਾ ਹਾਂ। ਉਹ ਘਬਰਾ ਗਈ ਸੀ ਪਰ ਤੜਫ ਕੇ ਬੋਲੀ, ਤੁਸੀਂ ਮੇਰੇ ਭਰਾ ਹੋ, ਮੇਰਾ ਅਤੇ ਤੁਹਾਡਾ ਵਿਆਹ। ਜਦੋਂ ਕਿ ਮੈਂ ਇਹ ਬੋਲ ਕੇ ਬਾਹਰ ਚਲਾ ਗਿਆ ਕਿ ਨਾ ਤਾਂ ਮੈਂ ਤੁਹਾਨੂੰ ਆਪਣੀ ਭੈਣ ਮੰਨਦਾ ਹਾਂ ਅਤੇ ਨਾ ਹੀ ਮੈਂ ਤੁਹਾਡਾ ਭਰਾ ਹਾਂ, ਇਸ ਕਰਕੇ ਸਾਡਾ ਦੋਨਾਂ ਦਾ ਵਿਆਹ ਹੋ ਸਕਦਾ ਹੈ। ਦੇਖੋ ਸਮੇਂ ਦਾ ਖੇਡ ਸੀ। ਤਨਵੀ ਬਹੁਤ ਰੋਈ, ਚੀਕੀ, ਮੇਰੇ ਅੱਗੇ ਮਿੰਨਤਾਂ ਕੀਤੀਆਂ, ਪਰ ਉਸ ਸਮੇਂ ਮੇਰੇ ਅੱਖਾਂ ਤੇ ਬਦਲੇ ਦੀ ਪੱਟੀ ਬੰਨੀ ਹੋਈ ਸੀ। ਮੈਂ ਜ਼ਬਰਦਸਤੀ ਹੀ ਸਹੀ ਪਰ ਤਨਵੀ ਦੇ ਨਾਲ ਵਿਆਹ ਕਰ ਲਿਆ ਸੀ। ਪਾਪਾ ਅਤੇ ਮੰਮੀ ਆਪਣੀ ਰਾਤ ਰੰਗੀਨ ਕਰਕੇ ਘਰ ਆ ਗਏ ਸਨ, ਪਰ ਉਸ ਰਾਤ ਨਾ ਤਾਂ ਤਨਵੀ ਘਰ ਦੇ ਵਿੱਚ ਸੀ ਅਤੇ ਨਾ ਹੀ ਮੈਂ। ਉਹ ਰਾਤ ਮੇਰੇ ਲਈ ਨਹੀਂ ਬਲਕਿ ਤਨਵੀ ਦੇ ਲਈ ਬਹੁਤ ਹੀ ਦਰਦਨਾਕ ਸੀ। ਮੈਂ ਉਸ ਇੱਕ ਰਾਤ ਦੇ ਵਿੱਚ ਹੀ ਆਪਣੀਆਂ ਸਾਰੀਆਂ ਪਰੇਸ਼ਾਨੀਆਂ ਦਾ ਹੱਲ ਕੱਢ ਲਿਆ ਸੀ। ਉਸ ਲੜਕੀ ਨੂੰ ਮੈਂ ਪਲ ਪਲ ਤੜਫਾਇਆ ਸੀ ਕਿਉਂਕਿ ਮੈਨੂੰ ਪਤਾ ਸੀ ਕਿ ਮੇਰਾ ਪਿਓ ਪਾਗਲਾਂ ਦੀ ਤਰ੍ਹਾਂ ਸਾਨੂੰ ਲੱਭ ਰਿਹਾ ਹੋਵੇਗਾ ਅਤੇ ਇਹੀ ਤਾਂ ਮੈਂ ਚਾਹੁੰਦਾ ਸੀ। ਸਮੇਂ ਦਾ ਪਹੀਆ ਘੁੰਮਦਾ ਜਾ ਰਿਹਾ ਸੀ ਅਤੇ ਰਾਤ ਹੌਲੀ ਹੌਲੀ ਖਤਮ ਹੁੰਦੀ ਜਾ ਰਹੀ ਸੀ। ਅਗਲੀ ਸਵੇਰ ਮੇਰਾ ਪਿਓ ਮੇਰੇ ਦੋਸਤ ਦੇ ਫਲੈਟ ਤੇ ਪਹੁੰਚ ਗਿਆ ਸੀ ਜਦੋਂ ਮੈਂ ਤਨਵੀ ਨੂੰ ਆਪਣੀਆਂ ਬਾਹਾਂ ਦੇ ਵਿੱਚ ਲੈ ਕੇ ਸੌਂ ਰਿਹਾ ਸੀ। ਹਾਂ, ਹੁਣ ਮੇਰੇ ਮਨ ਨੂੰ ਸਕੂਨ ਸੀ। ਮੇਰੇ ਚਿਹਰੇ ਤੇ ਕੋਈ ਵੀ ਸ਼ਰਮਿੰਦਗੀ ਦੇ ਨਿਸ਼ਾਨ ਨਹੀਂ ਸਨ। ਉਸਦੀ ਮਾਂ ਰੋਂਦੀ ਹੋਈ ਫਲੈਟ ਦੇ ਵਿੱਚ ਦਾਖਲ ਹੋਈ ਸੀ। ਮੈਨੂੰ ਅਤੇ ਤਨਵੀ ਨੂੰ ਬਿਸਤਰੇ ਤੇ ਸੋਇਆ ਹੋਇਆ ਦੇਖ ਕੇ ਉਹ ਸਮਝ ਗਈ ਸੀ ਕਿ ਇੱਥੇ ਕੀ ਹੋ ਚੁੱਕਿਆ ਹੈ। ਮੈਂ ਉਸਦੀ ਮਾਂ ਨੂੰ ਦੇਖਦੇ ਹੋਏ ਬੋਲਿਆ, ਆਓ ਸਾਸੂ ਮਾਂ, ਅਤੇ ਮੈਂ ਤਨਵੀ ਨੂੰ ਉਠਾਉਂਦਾ ਹੋਇਆ ਬੋਲਿਆ, ਦੇਖੋ ਤਨਵੀ ਕੌਣ ਆਇਆ ਹੈ। ਜਦੋਂ ਕਿ ਉਸਦੀ ਮਾਂ ਮੇਰੇ ਵੱਲ ਵਧੀ ਅਤੇ ਬਿਨਾਂ ਸੋਚੇ ਸਮਝੇ ਮੇਰੇ ਮੂੰਹ ਤੇ ਥੱਪੜ ਮਾਰ ਦਿੱਤਾ। ਮੈਨੂੰ ਇਸ ਤਰ੍ਹਾਂ ਲੱਗਿਆ ਜਿਵੇਂ ਮੈਨੂੰ ਕਿਸੇ ਨੇ ਅੱਗ ਦੀ ਭੱਠੀ ਦੇ ਵਿੱਚ ਸੁੱਟ ਦਿੱਤਾ ਹੋਵੇ। ਉਸ ਸਮੇਂ ਮੈਂ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਸੀ ਕਿਉਂਕਿ ਪਿੱਛੇ ਮੇਰਾ ਪਿਓ ਖੜਾ ਸੀ। ਉਹ ਮੇਰੇ ਵੱਲ ਦੇਖਦੀ ਹੋਈ ਬੋਲੀ ਕਿ ਇਸ ਜ਼ਬਰਦਸਤੀ ਦੇ ਕੇਸ ਦੇ ਵਿੱਚ ਮੈਂ ਤੁਹਾਨੂੰ ਪੁਲਿਸ ਦੇ ਹਵਾਲੇ ਵੀ ਕਰ ਸਕਦੀ ਹਾਂ। ਜਦੋਂ ਕਿ ਮੈਂ ਤਾਂ ਅਜਿਹਾ ਹੋ ਗਿਆ ਸੀ
ਜਿਵੇਂ ਮੈਨੂੰ ਕੁਝ ਪਤਾ ਹੀ ਨਾ ਹੋਵੇ। ਮੈਂ ਉਹਨਾਂ ਦੇ ਵੱਲ ਦੇਖਦਾ ਹੋਇਆ ਬੋਲਿਆ, ਇਸ ਦੇ ਵਿੱਚ ਮੇਰਾ ਕੋਈ ਕਸੂਰ ਨਹੀਂ ਹੈ। ਤੁਹਾਡੀ ਬੇਟੀ ਵੀ ਇਸ ਦੇ ਵਿੱਚ ਬਰਾਬਰ ਦੀ ਹਿੱਸੇਦਾਰ ਹੈ। ਦੇਖੋ, ਕਮਰੇ ਦੇ ਵਿੱਚ ਆ ਕੇ ਬਿਸਤਰੇ ਨੂੰ ਦੇਖ ਕੇ ਤੁਹਾਨੂੰ ਪਤਾ ਲੱਗ ਗਿਆ ਹੋਵੇਗਾ ਕਿ ਉਸਦੇ ਦਿਲ ਦੇ ਵਿੱਚ ਇਸ ਰਾਤ ਦੇ ਲਈ ਕਿੰਨੀਆਂ ਤਿਆਰੀਆਂ ਸਨ। ਪਰ ਉਹ ਲੜਕੀ ਤੜਫ ਤੜਫ ਕੇ ਰੋ ਰਹੀ ਸੀ। ਮੈਨੂੰ ਪਤਾ ਸੀ ਕਿ ਸ਼ਾਇਦ ਉਸ ਦੇ ਵਿੱਚ ਹਿੰਮਤ ਨਹੀਂ ਸੀ ਕਿ ਉਹ ਕਮਰੇ ਦੇ ਵਿੱਚੋਂ ਬਾਹਰ ਆ ਸਕਦੀ। ਮੇਰੇ ਪਾਪਾ ਮੈਨੂੰ ਦੇਖਦੇ ਹੋਏ ਬੋਲਿਆ, ਆਕਾਸ਼, ਤੁਹਾਡੀ ਇਸ ਬਦਲੇ ਦੀ ਅੱਗ ਨੇ ਮੈਨੂੰ ਕਿਤੋਂ ਦਾ ਨਹੀਂ ਛੱਡਿਆ। ਤੁਸੀਂ ਮੇਰੀ ਇੱਜ਼ਤ 2 ਕੌੜੀ ਦੀ ਕਰ ਦਿੱਤੀ। ਅੱਜ ਤੋਂ ਬਾਅਦ ਮੇਰੇ ਘਰ ਦੇ ਵਿੱਚ ਕਦਮ ਵੀ ਨਾ ਰੱਖਿਓ। ਪਰ ਮੈਨੂੰ ਇਹਨਾਂ ਗੱਲਾਂ ਦੇ ਨਾਲ ਕੋਈ ਫਰਕ ਨਹੀਂ ਪੈਂਦਾ ਸੀ। ਮੈਨੂੰ ਆਪਣੇ ਪਾਪਾ ਤੇ ਵਿਸ਼ਵਾਸ ਸੀ ਕਿ ਮੈਂ ਆਪਣੇ ਆਪ ਸਭ ਕੁਝ ਕਰ ਸਕਦਾ ਹਾਂ। ਮੇਰੇ ਪਾਪਾ ਚੀਕੇ ਅਤੇ ਤਨਵੀ ਨੂੰ ਕਮਰੇ ਤੋਂ ਬਾਹਰ ਆਉਣ ਦੇ ਲਈ ਕਹਿਣ ਲੱਗੇ, ਪਰ ਮੈਨੂੰ ਪਤਾ ਸੀ ਕਿ ਜੋ ਕੁਝ ਮੈਂ ਉਸ ਦੇ ਨਾਲ ਕਰ ਚੁੱਕਿਆ ਹਾਂ, ਉਸ ਦੇ ਵਿੱਚ ਇੰਨੀ ਹਿੰਮਤ ਨਹੀਂ ਸੀ ਕਿ ਉਹ ਆਪਣੀ ਮਾਂ ਜਾਂ ਮੇਰੇ ਪਾਪਾ ਦਾ ਸਾਹਮਣਾ ਕਰ ਸਕਦੀ। ਉਸ ਦੀ ਮਾਂ ਮੈਨੂੰ ਕੋਸ ਕੇ ਚਲੀ ਗਈ ਸੀ। ਉਹ ਤਾਂ ਚਾਹੁੰਦੀ ਸੀ ਕਿ ਤਨਵੀ ਉਹਨਾਂ ਦੇ ਨਾਲ ਜਾਵੇ, ਪਰ ਜਦੋਂ ਉਸ ਨੂੰ ਇਸ ਗੱਲ ਦਾ ਪਤਾ ਲੱਗਿਆ ਕਿ ਸਾਡੇ ਵਿਚਕਾਰ ਸਭ ਕੁਝ ਹੋ ਚੁੱਕਿਆ ਹੈ, ਤਾਂ ਫਿਰ ਉਹਨਾਂ ਨੇ ਸਾਨੂੰ ਸਾਡੇ ਹਾਲ ਤੇ ਛੱਡ ਦਿੱਤਾ ਸੀ। ਹੁਣ ਮੈਂ ਇੱਕ ਕਿਰਾਏ ਦਾ ਫਲੈਟ ਲੈ ਕੇ ਰਹਿਣ ਲੱਗਿਆ ਸੀ। ਆਪਣੇ ਦੋਸਤ ਦੀ ਮਦਦ ਦੇ ਨਾਲ ਮੈਂ ਇੱਕ ਨੌਕਰੀ ਵੀ ਲੱਭ ਲਈ ਸੀ। ਸਮੇਂ ਦਾ ਪਹੀਆ ਇਸ ਤਰ੍ਹਾਂ ਹੀ ਘੁੰਮ ਰਿਹਾ ਸੀ। ਮੈਂ ਤਨਵੀ ਦਾ ਜਿਉਣਾ ਹਰਾਮ ਕਰ ਦਿੱਤਾ ਸੀ। ਹਰ ਸਮੇਂ ਉਸ ਨੂੰ ਦਰਦ ਦੇਣਾ ਮੈਨੂੰ ਬਹੁਤ ਪਸੰਦ ਸੀ, ਪਰ ਤਨਵੀ ਮੈਨੂੰ ਕੁਝ ਨਹੀਂ ਕਹਿੰਦੀ ਸੀ। ਚੁੱਪਚਾਪ ਮੇਰੇ ਜ਼ੁਲਮਾਂ ਨੂੰ ਸਹਿੰਦੀ ਰਹਿੰਦੀ, ਕਦੇ ਆਪਣੇ ਮੂੰਹ ਤੋਂ ਕੋਈ ਵੀ ਫਰਮਾਇਸ਼ ਨਹੀਂ ਕੀਤੀ ਸੀ। ਹਾਲਾਂਕਿ ਉਹ ਮੇਰੇ ਤੋਂ ਡਰੀ ਸਹਿਮੀ ਦੂਰ ਦੂਰ ਰਹਿੰਦੀ ਸੀ। ਜਦੋਂ ਰਾਤ ਨੂੰ ਮੈਂ ਉਸ ਨੂੰ ਆਪਣੇ ਨੇੜੇ ਕਰਦਾ ਤਾਂ ਉਹ ਮੇਰੇ ਨੇੜੇ ਆ ਜਾਂਦੀ, ਮੈਨੂੰ ਮਨਾ ਨਹੀਂ ਕਰਦੀ ਸੀ। ਜਦੋਂ ਮੈਂ ਉਸ ਦੇ ਨਾਲ ਰਿਸ਼ਤਾ ਬਣਾਉਂਦਾ ਤਾਂ ਉਸ ਦੀਆਂ ਅੱਖਾਂ ਦੇ ਵਿੱਚੋਂ ਹੰਝੂ ਵਹਿੰਦੇ ਸਨ। ਸ਼ੁਰੂ ਦੇ ਵਿੱਚ ਉਸਦੇ ਇਹ ਹੰਝੂ ਮੈਨੂੰ ਖੁਸ਼ੀ ਦਿੰਦੇ ਸਨ, ਪਰ ਹੌਲੀ ਹੌਲੀ ਉਸ ਤੇ ਇਹ ਹੰਝੂ ਮੈਨੂੰ ਚੁਭਣ ਲੱਗੇ ਸਨ ਅਤੇ ਫਿਰ ਮੈਂ ਤਨਵੀ ਦੇ ਕੋਲੇ ਜਾਣਾ ਛੱਡ ਦਿੱਤਾ ਸੀ। ਕਰੀਬ 2 ਮਹੀਨੇ ਹੋ ਗਏ ਸਨ ਅਤੇ ਹੁਣ ਮੈਂ ਤਨਵੀ ਦੇ ਨਾਲ ਕੋਈ ਰਿਸ਼ਤਾ ਨਹੀਂ ਬਣਾਇਆ ਸੀ, ਪਰ ਹੁਣ ਵੀ ਮੈਂ ਉਸ ਨੂੰ ਤੰਗ ਕਰਦਾ ਸੀ। ਛੋਟੀਆਂ ਛੋਟੀਆਂ ਗਲਤੀਆਂ ਤੇ ਉਸ ਨੂੰ ਝਿੜਕਣਾ ਮੇਰੇ ਦਿਲ ਨੂੰ ਸਕੂਨ ਪਹੁੰਚਾਉਂਦਾ ਸੀ। ਪਰ ਕਹਿੰਦੇ ਹਨ ਨਾ ਕਿ ਇੱਕ ਸਮਾਂ ਅਜਿਹਾ ਆਉਂਦਾ ਹੈ ਜਦੋਂ ਕਿਸੇ ਦਾ ਸਬਰ ਤੁਹਾਨੂੰ ਇੰਨਾ ਜ਼ਿਆਦਾ ਚੁੱਭ ਜਾਂਦਾ ਹੈ ਕਿ ਤੁਹਾਡੇ ਦਿਮਾਗ ਦੀਆਂ ਨਸਾਂ ਖੁੱਲ੍ਹ ਜਾਂਦੀਆਂ ਹਨ। ਮੈਂ ਇੱਕ ਪਾਰਟੀ ਤੋਂ ਵਾਪਸ ਆ ਰਿਹਾ ਸੀ ਜਦੋਂ ਰਸਤੇ ਦੇ ਵਿੱਚ ਅਚਾਨਕ ਮੇਰੀ ਗੱਡੀ ਦਾ ਬਹੁਤ ਜ਼ਿਆਦਾ ਭਿਆਨਕ ਐਕਸੀਡੈਂਟ ਹੋਇਆ ਕਿ ਮੈਨੂੰ ਆਪਣੀ ਜਾਨ ਨਿਕਲਦੀ ਹੋਈ ਮਹਿਸੂਸ ਹੋਈ। ਮੈਨੂੰ ਲੱਗਿਆ ਕਿ ਮੈਂ ਬਚ ਨਹੀਂ ਸਕਾਂਗਾ। ਮੇਰਾ ਆਖਰੀ ਸਮਾਂ ਆ ਚੁੱਕਿਆ ਸੀ, ਪਰ ਸ਼ਾਇਦ ਮੇਰੀ ਜ਼ਿੰਦਗੀ ਅਜੇ ਬਚੀ ਹੋਈ ਸੀ ਅਤੇ ਇਹੀ ਜ਼ਿੰਦਗੀ ਮੈਨੂੰ ਸਬਕ ਦੇਣ ਵਾਲੀ ਸੀ ਅਤੇ ਮੇਰੇ ਨਾਲ ਇਹੀ ਹੋਇਆ। ਕਈ ਮਹੀਨਿਆਂ ਤੱਕ ਮੈਂ ਆਪਣੇ ਪੈਰਾਂ ਤੇ ਖੜਾ ਨਹੀਂ ਹੋ ਸਕਿਆ ਸੀ। ਪਾਪਾ ਨੇ ਤੁਰੰਤ ਸਾਨੂੰ ਘਰ ਆਉਣ ਦੀ ਇਜਾਜ਼ਤ ਦੇ ਦਿੱਤੀ। ਸ਼ਾਇਦ ਉਸ ਦੀ ਮਾਂ ਵੀ ਸਮਝੌਤਾ ਕਰ ਚੁੱਕੀ ਸੀ। ਦੋਨਾਂ ਮਾਂ ਬੇਟੀ ਦੇ ਵਿਚਕਾਰ ਗੱਲਬਾਤ ਬੰਦ ਸੀ ਅਤੇ ਮੈਂ ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣਦਾ ਸੀ। ਇਸ ਐਕਸੀਡੈਂਟ ਦੇ ਵਿੱਚ ਮੈਨੂੰ ਇੱਕ ਗੱਲ ਸਮਝ ਆ ਗਈ ਸੀ ਕਿ ਹਰ ਇੱਕ ਇਨਸਾਨ ਦੀ ਆਪਣੀ ਇੱਕ ਅਹਿਮੀਅਤ ਹੁੰਦੀ ਹੈ। ਉਸ ਲੜਕੀ ਨੇ ਮੇਰਾ ਬਹੁਤ ਖਿਆਲ ਰੱਖਿਆ। ਹੌਲੀ ਹੌਲੀ ਮੇਰੀ ਸਿਹਤ ਠੀਕ ਹੋਣ ਲੱਗੀ। ਉਹ ਬਹਾਨੇ ਦੇ ਨਾਲ ਮੇਰੇ ਨੇੜੇ ਆਉਂਦੀ ਸੀ, ਮੇਰਾ ਖਿਆਲ ਰੱਖਦੀ, ਕਦੇ ਪੱਟੀਆਂ ਕਰਦੀ ਅਤੇ ਕਦੇ ਮੇਰੇ ਪੈਰ ਦਬਾਉਂਦੀ, ਕਦੇ ਮੈਨੂੰ ਹੱਥਾਂ ਨਾਲ ਖਾਣਾ ਖਵਾਉਂਦੀ, ਦਵਾਈ ਸਮੇਂ ਸਿਰ ਦਿੰਦੀ। ਜੇਕਰ ਇੱਕ ਮਰਦ ਨੂੰ ਕੁਝ ਪੰਗਲਾ ਸਕਦਾ ਹੈ ਤਾਂ ਉਹ ਇੱਕ ਔਰਤ ਦਾ ਸੱਚਾ ਪਿਆਰ ਹੀ ਹੁੰਦਾ ਹੈ। ਮੈਂ ਇਸ ਦੌਰਾਨ ਇੱਕ ਗੱਲ ਮਹਿਸੂਸ ਕੀਤੀ ਸੀ, ਜਿਸ ਤਰ੍ਹਾਂ ਸਾਨੂੰ ਦੁਨੀਆ ਦਿਖਾਈ ਜਾਂਦੀ ਹੈ ਉਹ ਸਭ ਕੁਝ ਹਕੀਕਤ ਨਹੀਂ ਹੁੰਦੀ ਅਤੇ ਜੋ ਕੁਝ ਮੈਂ ਕੀਤਾ ਸੀ ਉਹ ਬਹੁਤ ਗਲਤ ਕੀਤਾ ਸੀ। ਮੈਨੂੰ ਹੌਲੀ ਹੌਲੀ ਇਸ ਗੱਲ ਦਾ ਅਹਿਸਾਸ ਹੋ ਗਿਆ ਸੀ। ਮੈਂ ਥੱਕ ਹਾਰ ਕੇ ਆਪਣੇ ਪਾਪਾ ਦੇ ਸਾਹਮਣੇ ਆਪਣਾ ਜੁਰਮ ਕਬੂਲ ਕਰ ਲਿਆ ਸੀ, ਪਰ ਉਹਨਾਂ ਨੇ ਕੁਝ ਨਹੀਂ ਕਿਹਾ ਸੀ। ਸ਼ਾਇਦ ਉਹਨਾਂ ਨੂੰ ਇਸ ਗੱਲ ਦਾ ਪਹਿਲਾਂ ਤੋਂ ਹੀ ਪਤਾ ਸੀ। ਜਦੋਂ ਮੇਰੀ ਸਿਹਤ ਥੋੜੀ ਠੀਕ ਹੋਈ ਤਾਂ ਮੈਂ ਪਾਪਾ ਦੇ ਸਾਹਮਣੇ ਬੈਠ ਕੇ ਤਨਵੀ ਨੂੰ ਕਿਹਾ ਕਿ ਜੇਕਰ ਤੁਸੀਂ ਮੇਰੇ ਤੋਂ ਅਲੱਗ ਹੋਣਾ ਚਾਹੁੰਦੇ ਹੋ ਤਾਂ ਮੈਨੂੰ ਮਨਜ਼ੂਰ ਹੈ। ਕਿਸੇ ਚੰਗੇ ਲੜਕੇ ਨੂੰ ਦੇਖ ਕੇ ਤੁਸੀਂ ਆਪਣੀ ਜ਼ਿੰਦਗੀ ਸ਼ੁਰੂ ਕਰ ਸਕਦੇ ਹੋ ਅਤੇ ਵੈਸੇ ਵੀ ਮੈਂ ਹੁਣ ਇੱਥੇ ਹੋਰ ਨਹੀਂ ਰਹਿਣਾ ਚਾਹੁੰਦਾ। ਮੇਰਾ ਦਿਲ ਬਿਲਕੁਲ ਮਰ ਚੁੱਕਿਆ ਹੈ। ਪਰ ਤਨਵੀ ਨੇ ਇਸ ਗੱਲ ਤੋਂ ਇਨਕਾਰ ਕਰ ਦਿੱਤਾ। ਉਹ ਮੇਰੇ ਤੋਂ ਅਲੱਗ ਨਹੀਂ ਹੋਣਾ ਚਾਹੁੰਦੀ ਸੀ, ਹੁਣ ਉਹ ਮੇਰੇ ਨਾਲ ਜ਼ਿੰਦਗੀ ਬਿਤਾਉਣਾ ਚਾਹੁੰਦੀ ਸੀ। ਮੈਂ ਹੈਰਾਨ ਹੋ ਕੇ ਉਸ ਨੂੰ ਦੇਖ ਰਿਹਾ ਸੀ। ਉਹ ਵਾਕਿਆ ਹੀ ਬਹੁਤ ਅਲੱਗ ਸੀ। ਜਿਸ ਤਰ੍ਹਾਂ ਮੈਂ ਸੋਚਿਆ ਸੀ ਉਹ ਉਸ ਤਰ੍ਹਾਂ ਦੀ ਨਹੀਂ ਸੀ। ਉਸਨੇ ਕਿਸੇ ਦੇ ਹੱਕ ਤੇ ਡਾਕਾ ਨਹੀਂ ਮਾਰਿਆ ਸੀ। ਇਹ ਮੇਰੀ ਗਲਤਫਹਿਮੀ ਸੀ। ਸਮੇਂ ਦੇ ਨਾਲ ਮੈਨੂੰ ਹੁਣ ਇਹ ਸਮਝ ਆ ਗਿਆ ਸੀ ਅਤੇ ਅੱਜ ਪੂਰੇ 5 ਮਹੀਨਿਆਂ ਬਾਅਦ ਉਹ ਮੇਰੀਆਂ ਬਾਹਾਂ ਦੇ ਵਿੱਚ ਸੌਂ ਰਹੀ ਸੀ ਅਤੇ ਮੈਂ ਉਸ ਨੂੰ ਧਿਆਨ ਦੇ ਨਾਲ ਦੇਖ ਰਿਹਾ ਸੀ। ਮੈਨੂੰ ਆਪਣੇ ਮਨ ਦੇ ਵਿੱਚ ਸਕੂਨ ਉਤਰਦਾ ਮਹਿਸੂਸ ਹੋ ਰਿਹਾ ਸੀ ਅਤੇ ਅੱਜ ਉਸ ਦੀਆਂ ਅੱਖਾਂ ਦੇ ਵਿੱਚ ਹੰਝੂ ਨਹੀਂ ਸਨ, ਬਲਕਿ ਉਸ
ਨੇ ਵੀ ਮੈਨੂੰ ਦਿਲ ਤੋਂ ਸਵੀਕਾਰ ਕਰ ਲਿਆ ਸੀ। ਮੇਰੇ ਪਾਪਾ ਨੇ ਸ਼ੁਰੂ ਦੇ ਵਿੱਚ ਮੇਰੇ ਨਾਲ ਗਲਤ ਕੀਤਾ ਸੀ। ਜੇਕਰ ਉਹਨਾਂ ਨੇ ਆਪਣੀ ਜ਼ਿੰਦਗੀ ਸ਼ੁਰੂ ਕਰਨੀ ਹੀ ਸੀ ਤਾਂ ਉਹਨਾਂ ਨੂੰ ਥੋੜਾ ਇੰਤਜ਼ਾਰ ਕਰਨਾ ਚਾਹੀਦਾ ਸੀ, ਮੈਨੂੰ ਆਪਣੇ ਭਰੋਸੇ ਦੇ ਵਿੱਚ ਲੈਣਾ ਚਾਹੀਦਾ ਸੀ। ਪਰ ਉਸ ਔਰਤ ਦੀ ਸਹਿਣਸ਼ੀਲਤਾ, ਤਨਵੀ ਦੀ ਸੱਚਾਈ, ਇਮਾਨਦਾਰੀ ਅਤੇ ਪਿਆਰ ਨੇ ਮੇਰਾ ਦਿਲ ਪਿਘਲਾ ਦਿੱਤਾ ਸੀ ਅਤੇ ਅੱਜ ਮੈਂ ਆਪਣੀ ਪਤਨੀ ਦੇ ਨਾਲ ਇੱਕ ਖੁਸ਼ਹਾਲ ਜ਼ਿੰਦਗੀ ਗੁਜ਼ਾਰ ਰਿਹਾ ਹਾਂ। ਤਾਂ ਦੋਸਤੋ, ਅੱਜ ਦੀ ਸਾਡੀ ਇਹ ਕਹਾਣੀ ਸੀ, ਤੁਹਾਨੂੰ ਇਹ ਕਿਵੇਂ ਲੱਗੀ? ਜੇਕਰ ਕਹਾਣੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ। ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ। ਕਹਾਣੀ ਨੂੰ ਅੰਤ ਤੱਕ ਸੁਣਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।